ਗੁਰੂ ਪਿਆਰੀ ਸਾਧ ਸੰਗਤ ਜੀ, ਰਾਧਾ ਸੁਆਮੀ। ਅੱਜ ਦੀ ਇਹ ਬਾਣੀ ਸੁਆਮੀ ਜੀ ਮਹਾਰਾਜ ਦੀ ਬਾਣੀ ਹੈ। ਸਤਸੰਗ ਦੇ ਵਚਨ। ਚੇਤ ਮਹੀਨਾ ਆਇਆ ਚੇਤ, ਬਾਂਧਾ ਸਤਿਗੁਰੂ ਭੌਵੇਂ ਸੇਤ। ਹੁਣ ਗੱਲ ਇਸ ਤਰ੍ਹਾਂ ਹੈ ਕਿ ਸਾਡੇ ਪੰਜਾਬ ਵਿੱਚ ਨਵਾਂ ਸਾਲ ਚੇਤ ਤੋਂ ਸ਼ੁਰੂ ਹੁੰਦਾ ਹੈ, ਮਗਰ ਯੂਪੀ ਵਿੱਚ ਹਾੜ ਤੋਂ ਸ਼ੁਰੂ ਕਰਦੇ ਨੇ। ਹਜ਼ੂਰ ਸੁਆਮੀ ਜੀ ਮਹਾਰਾਜ ਯੂਪੀ ਵਿੱਚ ਹੋਏ ਨੇ, ਇਸ ਵਾਸਤੇ ਉਹ ਆਪਣਾ 12 ਮਾਸਾ ਹਾੜ ਤੋਂ ਸ਼ੁਰੂ ਕਰਦੇ ਨੇ। ਇੱਕ ਇੱਕ ਮਹੀਨਾ ਮਨੁੱਖ ਦੇ ਜਨਮ ਨਾਲ ਤਾਲੁਕ ਰੱਖਦਾ ਹੈ। ਰੂਹ ਸੱਚਖੰਡ ਤੋਂ ਉਤਰ ਕੇ ਮਨ ਇੰਦਰੀਆਂ ਦੇ ਭੋਗਾਂ ਵਿੱਚ ਫਸ ਗਈ, ਆਪਣੇ ਦੇਸ਼ ਦੀ ਸੁੱਧ ਬੁੱਧ ਭੁੱਲ ਗਈ, ਤਾਂ ਉਹ ਮਾਲਕ ਸੰਤ ਰੂਪ ਧਾਰ ਕੇ ਇਹਨੂੰ ਆਪਣੇ ਦੇਸ਼ ਦਾ ਪਤਾ ਦਿੰਦਾ ਹੈ ਕਿ ਤੇਰਾ ਦੇਸ਼ ਕਿਹੜਾ ਹੈ। ਚੇਤ ਦਾ ਮਹੀਨਾ ਆ ਗਿਆ, ਹੁਣ ਸੁਰਤ ਦੇ ਚੇਤਨ ਦਾ ਵੇਲਾ ਹੈ। ਕਿਆ ਜਦ ਮਨੁੱਖ ਜਨਮ ਮਿਲਿਆ, ਸਾਨੂੰ ਅੱਖਾਂ ਦੇ ਪਿੱਛੇ ਪਰਦਾ ਲਾ ਕੇ ਬਾਹਰ ਕੱਢ ਦਿੱਤਾ ਗਿਆ। ਸੰਤ ਸਤਿਗੁਰੂ ਫਰਮਾਉਂਦੇ ਹਨ ਕਿ 9 ਦਰਵਾਜ਼ਿਆਂ ਤੋਂ ਉੱਪਰ ਚੜ੍ਹੋ ਔਰ ਵਾਹਿਗੁਰੂ ਨੂੰ ਮਿਲੋ। ਇਹ ਦੇਸ਼ ਤੁਹਾਡਾ ਦੇਸ਼ ਨਹੀਂ, ਇਹ ਕੌਮਾਂ ਤੁਹਾਡੀਆਂ ਕੌਮਾਂ ਨਹੀਂ, ਇਹ ਮਜ਼ਹਬ ਤੁਹਾਡੇ ਮਜ਼ਹਬ ਨਹੀਂ। ਇਹ ਤਾਂ ਅਸਾਂ ਬਣਾਏ ਨੇ। ਸਾਡਾ ਦੇਸ਼ ਸੱਚਖੰਡ ਹੈ, ਸਾਡੀ ਕੌਮ ਸਤਨਾਮ ਹੈ। ਕਹਿੰਦੇ ਹਨ ਉਸ ਵਿੱਚ ਪਹੁੰਚਣਾ ਏ। ਮਕਸਦ ਸਿਰਫ ਇੰਨਾ ਹੈ ਕਿ ਅਸੀਂ ਸਾਰੇ ਸਮੁੰਦਰ ਤੋਂ ਉਰਾਰ ਬੈਠੇ ਹਾਂ, ਪਾਰ ਨਹੀਂ। ਪਰਮ ਪੁਰਸ਼ ਪੂਰਨ ਧਨੀ ਰਾਧਾ ਸੁਆਮੀ ਜੀਵਾਂ ਨੂੰ ਮਹਾਂ ਦੁਖੀ ਤੇ ਨਿਰਬਲ ਦੇਖ ਕੇ ਉਹਨਾਂ ਦੇ ਉਧਾਰ ਲਈ ਸੰਤ ਸਤਿਗੁਰ ਦਾ ਰੂਪ ਧਾਰ ਕੇ ਪ੍ਰਗਟ ਹੁੰਦੇ ਹਨ। ਤੁਲਸੀ ਸਾਹਿਬ ਕਹਿੰਦੇ ਹਨ, ਸੁਰਤ ਸੈਲ ਅਸਮਾਨ ਕੀ ਲਖ ਪਾਵੈ ਕੋਈ ਸੰਤ, ਤੁਲਸੀ ਜਗ ਜਾਣੇ ਨਹੀਂ ਅਤੀ ਉਤੰਗ ਪੀਏ ਪੰਥ। ਭਾਵ ਸੰਤਾਂ ਦੀ ਸੁਰਤ ਹੀ ਉੱਪਰਲੇ ਦੇਸ਼ ਦੀ ਅਵਸਥਾ ਔਰ ਆਨੰਦ ਨੂੰ ਵੇਖ ਸਕਦੀ ਹੈ। ਐ ਤੁਲਸੀ, ਉਸ ਸੱਚੇ ਮਿੱਤਰ ਦੀ ਉਡਾਨ ਬੜੀ ਉੱਚੀ ਹੈ। ਇਹ ਵਿਚਾਰੀ ਦੁਨੀਆ, ਉਸ ਦੀ ਕੋਈ ਖਬਰ ਨਹੀਂ। ਹਜ਼ੂਰ ਸੁਆਮੀ ਜੀ ਮਹਾਰਾਜ ਰੂਹਾਨੀ ਮੰਜ਼ਲਾਂ 'ਤੇ ਚੜ੍ਹਾਈ ਦੀ ਸਿੱਖਿਆ ਜਾਂ ਸੁਰਤ ਸ਼ਬਦ ਮਾਰਗ ਦੀ ਸਿੱਖਿਆ ਸੇਵਕਾਂ ਨੂੰ ਹੌਲੀ ਹੌਲੀ ਦਿੰਦੇ ਸੀ, ਇਸ ਵਾਸਤੇ ਕਿ ਸੁਰਤ ਏਕਾਏਕੀ ਇਸ ਆਨੰਦ ਜਾਂ ਖੁਸ਼ੀ ਨੂੰ ਸਹਾਰ ਨਹੀਂ ਸਕਦੀ ਤੇ ਸ਼ਾਦੀ ਉਲਮਰਗ ਭਾਵ ਖੁਸ਼ੀ ਵਿੱਚ ਮ੍ਰਿਤੂ ਹੋਣ ਦਾ ਡਰ ਹੁੰਦਾ ਹੈ। ਇੱਕ ਬੀਬੀ ਬਖਤ ਬਾਈ ਚੌਂਦਲ ਪੰਜਾਬ ਦੀ ਰਹਿਣ ਵਾਲੀ ਸੀ। ਉਹ ਸੁਆਮੀ ਜੀ ਦੀ ਸੇਵਕ ਸੀ ਤੇ ਉਹਨਾਂ ਦੇ ਮਕਾਨ 'ਤੇ ਰਹਿੰਦੀ ਸੀ। ਉਹਦੇ ਸੰਬੰਧੀ ਇੱਕ ਵਾਰ ਇੰਦਰਾਬਨ ਦੇ ਮੇਲੇ 'ਤੇ ਆਏ ਤੇ ਬੀਬੀ ਨੂੰ ਆਖਣ ਲੱਗੇ ਕਿ ਤੂੰ ਇੱਥੇ ਕਿਉਂ ਪਈ ਏ, ਚੱਲ ਸਾਡੇ ਨਾਲ ਤੀਰਥ ਯਾਤਰਾ ਕਰ। ਉਹਨੇ ਸੁਆਮੀ ਜੀ ਅੱਗੇ ਬੇਨਤੀ ਕੀਤੀ ਕਿ ਹੇ ਸਤਿਗੁਰੂ, ਮੈਨੂੰ ਕੋਈ ਸਿੱਧਾ ਰਾਹ ਸੱਚਾ ਰਾਹ ਦੱਸੋ ਤੇ ਮੇਰੇ ਹਾਲ 'ਤੇ ਰਹਿਮ ਕਰੋ। ਤਾਂ ਸੁਆਮੀ ਜੀ ਮਹਾਰਾਜ ਨੇ ਆਖਿਆ, ਅੱਛਾ ਤੂੰ ਸਾਡੇ ਸਾਹਮਣੇ ਭਜਨ 'ਤੇ ਬੈਠ। ਜਦੋਂ ਭਜਨ ਭਾਵ ਅਭਿਆਸ ਵਿੱਚ ਬੈਠੀ ਤਾਂ ਉਹਨਾਂ ਨੇ ਉਹਦੇ 'ਤੇ ਇੱਕ ਅਜਿਹੀ ਗਹਿਰੀ ਮਿਹਰ ਭਰੀ ਨਿਗਾਹ ਸੁੱਟੀ। ਬੀਬੀ ਚੀਕਣ ਲੱਗ ਪਈ ਕਿ ਹੇ ਮਹਾਰਾਜ, ਮੇਰੇ ਤਨ ਵਿੱਚੋਂ ਜਾਨ ਨਿਕਲਣ ਲੱਗੀ ਏ। ਜਿਹੜੀ ਸ਼ੈ ਮੈਨੂੰ ਦਿੱਤੀ ਏ ਉਹ ਵਾਪਸ ਲੈ ਲਓ, ਮੈਂ ਇਸ ਨੂੰ ਨਹੀਂ ਝੱਲ ਸਕਦੀ। ਇਤਨਾ ਕਹਿ ਕੇ ਉਹ ਮੁਰਸ਼ਤ ਹੋ ਗਈ, ਭਾਵ ਬੇਹੋਸ਼ ਹੋ ਗਈ। ਫਿਰ ਸੁਆਮੀ ਜੀ ਮਹਾਰਾਜ ਨੇ ਉਹਦੇ ਵੱਲ ਨਿਗਾਹ ਕੀਤੀ ਤਾਂ ਬੀਬੀ ਨੂੰ ਕੁਝ ਹੋਸ਼ ਆਈ। ਫਿਰ ਵੀ ਉਹ 2 ਦਿਨ ਤੱਕ ਲੰਮੀ ਪਈ ਰਹੀ ਤੇ ਉਹਦਾ ਦਿਲ ਧੜਕਦਾ ਰਿਹਾ। ਸੁਆਮੀ ਜੀ ਆਪ ਖੁਦ 15 ਵਰ੍ਹੇ ਤੱਕ ਇੱਕ ਕੋਠੜੀ ਵਿੱਚ ਅਭਿਆਸ ਕਰਦੇ ਰਹੇ। ਜੀਵ ਚਿਤਾਏ ਜੋਥੇ ਵਾਰ, ਭਉ ਸਾਗਰ ਸੇ ਕੀਨੇ ਪਾਰ। ਹੁਣ ਜਿਹੜੇ ਜੀਵ ਭਉ ਸਾਗਰ ਵਿੱਚ ਗੋਤੇ ਖਾਂਦੇ ਸਨ, ਉਹਨਾਂ ਨੂੰ ਸਤਿਗੁਰੂ ਨੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ। ਅਸੀਂ ਪਾਰ ਜਾਣਾ ਹੈ,
ਜਦ ਤੱਕ ਕੋਈ ਸਾਧੂ ਸੰਤ ਵਲੀ ਅੱਲਾ ਫਕੀਰ ਕਾਮਲ ਜਿਹੜਾ ਖੁਦ ਸੱਚਖੰਡ ਮੁਕਾਮੇ ਹੱਕ 'ਤੇ ਜਾਂਦਾ ਹੋ ਨਹੀਂ ਮਿਲਦਾ, ਅਸੀਂ ਉਹਦੇ ਕੋਲ ਨਹੀਂ ਜਾਂਦੇ। ਅਸੀਂ ਉੱਥੇ ਸੱਚਖੰਡ ਜਾ ਹੀ ਨਹੀਂ ਸਕਦੇ। ਜਿਵੇਂ ਕੋਈ ਆਦਮੀ ਕਲਕੱਤੇ ਜਾ ਆਇਆ ਹੋਵੇ, ਜੇਕਰ ਉਹਨਾਂ ਨਾਲ ਜਾਈਏ ਤਾਂ ਬੜੀ ਆਸਾਨੀ ਨਾਲ ਜਾ ਸਕਦੇ ਹਾਂ, ਲੇਕਿਨ ਅਸੀਂ ਉਹਨਾਂ ਦੇ ਕੋਲ ਨਹੀਂ ਜਾਂਦੇ ਔਰ ਨਾ ਹੀ ਉਹਨਾਂ ਨੂੰ ਪੁੱਛਦੇ ਹੀ ਹਾਂ। ਇੱਕ ਤੋਤਾ ਏ ਜਿਹੜਾ ਇਸ ਪਿੰਜਰੇ ਵਿੱਚ ਪਾਇਆ ਹੋਇਆ ਏ ਔਰ ਬੈਠਾ ਮੁਖਤਲਿਫ ਬੋਲੀਆਂ ਬੋਲਦਾ ਏ। ਇਹਨੂੰ ਸੁੱਖ ਕਿਧਰੇ ਹੈ ਹੀ ਨਹੀਂ। ਜਦ ਇਹ ਇਸ ਪਿੰਜਰੇ ਨੂੰ ਤੋੜ ਕੇ ਉੱਡੇਗਾ, ਪੰਜੇ ਤੱਤ 25 ਪ੍ਰਕਿਰਤੀ ਮਨ ਔਰ ਮਾਇਆ, ਰਜੋ ਸਤੋ ਤਮੋ ਤਿੰਨੇ ਗੁਣ ਵਗੈਰਾ ਪਰਦਿਆਂ ਵਿੱਚੋਂ ਨਿਕਲੇਗਾ ਤਾਂ ਇਹਨੂੰ ਆਪਣੀ ਹੋਸ਼ ਆਵੇਗੀ। ਜਦ ਇਹਨੂੰ ਆਪਣੀ ਹੋਸ਼ ਆਈ ਤਾਂ ਇਹ ਸੋਚਦਾ ਹੈ ਕਿ ਮੇਰਾ ਮਾਲਕ ਕੌਣ ਹੈ। ਇਹ ਆਤਮਾ ਪਰਮਾਤਮਾ ਦੀ ਅੰਸ਼ ਹੈ। ਇਹ ਚੇਤਨ ਹੈ, ਮਗਰ ਜੜ ਦੇ ਨਾਲ ਮਿਲ ਕੇ ਜੜ ਹੋ ਗਿਆ ਹੈ। ਇਹਨੂੰ ਆਪਣੀ ਹੋਸ਼ ਨਹੀਂ ਰਹੀ। ਜਦ ਅਸੀਂ ਸਿਕੰਦਰਪੁਰ ਜ਼ਮੀਨ ਖਰੀਦੀ ਅਤੇ ਉਸੇ ਗਿਰਾਂ ਵਿੱਚ ਰਹਿੰਦੇ ਸੀ। ਉੱਥੋਂ ਦੇ ਮੁਸਲਮਾਨ ਬੜਾ ਪਿਆਰ ਕਰਦੇ ਸੀ। ਇੱਕ ਦਿਨ ਮੈਂ ਕਿਹਾ, ਤੁਹਾਡੇ ਵਿੱਚੋਂ ਕੋਈ ਮੁਸਲਮਾਨ ਵੀ ਹੈ? ਕਹਿਣ ਲੱਗੇ, ਅਸੀਂ ਤੁਹਾਨੂੰ ਕੀ ਦਿਸਦੇ ਹਾਂ? ਮੈਂ ਕਿਹਾ, ਤੁਸੀਂ ਮੈਨੂੰ ਆਦਮੀ ਦਿਸਦੇ ਹੋ। ਫਿਰ ਪੁੱਛਿਆ, ਤੁਹਾਡੇ ਕੋਲ ਕਲਮਾ ਹੈ? ਕਹਿਣ ਲੱਗੇ, ਹਾਂ ਹੈ। ਮੈਂ ਕਿਹਾ, ਪੜ੍ਹੋ। ਤਾਂ ਕਹਿਣ ਲੱਗੇ, ਲਾ ਇਲਾਹਾ ਇਲ ਇਲਾ। ਮੈਂ ਕਿਹਾ, ਇਹ ਤਾਂ ਲਫ਼ਜ਼ ਹਨ। ਜਿਵੇਂ ਮਿਸ਼ਰੀ ਕਹਿਣ 'ਤੇ ਮੂੰਹ ਮਿੱਠਾ ਨਹੀਂ ਹੁੰਦਾ, ਜਲੇਬੀਆਂ ਕਹਿਣ 'ਤੇ ਮੂੰਹ ਮਿੱਠਾ ਨਹੀਂ ਹੁੰਦਾ, ਇਸੇ ਤਰ੍ਹਾਂ ਇਹਦੇ ਪੜ੍ਹਨ 'ਤੇ ਉਹ ਫਾਇਦਾ ਨਹੀਂ ਹੁੰਦਾ ਜੋ ਹੋਣਾ ਚਾਹੀਦਾ ਹੈ। ਉਹਨਾਂ ਨੇ ਪੁੱਛਿਆ, ਇਹ ਕਿਵੇਂ? ਮੈਂ ਆਖਿਆ, ਕਲਮੇ ਦੇ ਨੇੜੇ ਸ਼ੈਤਾਨ ਨਹੀਂ ਆਉਂਦਾ। ਕਹਿਣ ਲੱਗੇ, ਠੀਕ ਹੈ। ਮੈਂ ਕਿਹਾ, ਤੁਹਾਡੇ ਕਈ ਭਰਾ ਕਚਹਿਰੀਆਂ ਵਿੱਚ ਕਲਮਾ ਪੜ੍ਹ ਕੇ ਝੂਠ ਬੋਲਦੇ ਹਨ। ਕਹਿਣ ਲੱਗੇ, ਅਸੀਂ ਤਾਂ ਇਹੋ ਹੀ ਕਲਮਾ ਜਾਣਦੇ ਹਾਂ। ਮੈਂ ਕਿਹਾ, ਇਹ ਤਾਂ ਲਫ਼ਜ਼ ਹਨ, ਮਗਰ ਜਿਹੜਾ ਅਸਲੀ ਕਲਮਾ ਹੈ ਉਹ ਬਿਲਾ ਲਿਹਾਜ਼ ਮਜ਼ਹਬੋ ਮਿਲਤ ਹਰ ਇੱਕ ਆਦਮੀ ਦੇ ਅੰਦਰ ਹੋ ਰਿਹਾ ਹੈ। ਉਹਦੇ ਸੁਣਨ 'ਤੇ ਵਾਕਿਆ ਹੀ ਸ਼ੈਤਾਨ ਨੇੜੇ ਨਹੀਂ ਆਉਂਦਾ। ਜਦ ਤੱਕ ਅੰਦਰ ਨਾ ਵੜੋ ਉਹ ਨਹੀਂ ਮਿਲਦਾ। ਦੁਨੀਆ ਲਫ਼ਜ਼ਾਂ ਨੂੰ ਜਪ ਕੇ ਮਰ ਗਈ, ਬਣਿਆ ਕੁਝ ਨਾ। ਜਿਨ੍ਹਾਂ ਨੂੰ ਅੰਦਰ ਨਾਮ ਦੀ ਲੱਜਤ ਨਹੀਂ ਆਈ, ਭਾਵ ਸ਼ਬਦ ਦਾ ਰਸ ਨਹੀਂ ਆਇਆ, ਉਹਨਾਂ ਨੂੰ ਗੁਰੂ ਨਾਲ ਪਿਆਰ ਕਿੱਥੇ? ਉਹਨਾਂ ਨੂੰ ਕਾਫਰ ਕਹਿੰਦੇ ਹਨ। ਦੱਸੋ, ਜਿਹਨੂੰ ਕਾਫਰ ਤੋਂ ਮੂਮਨ ਬਣਾ ਲੈਣ ਤਾਂ ਕਿਆ ਸਤਿਗੁਰੂ ਜਿਨ੍ਹਾਂ ਜੀਵਾਂ ਨੂੰ ਇਸ ਗੰਧ ਵਿੱਚੋਂ ਕੱਢ ਕੇ ਉੱਪਰ ਲੈ ਜਾਣ ਤਾਂ ਉਹਦੀ ਕਿੱਡੀ ਉੱਚੀ ਕਿਸਮਤ ਹੈ। ਮੈਂ ਸੈਂਕੜੇ ਸਤਸੰਗੀ ਮਰਦੇ ਦੇਖੇ ਹਨ। ਉਹ ਇਸ ਦੁਨੀਆ ਤੋਂ ਹੱਸਦੇ ਜਾਂਦੇ ਹਨ। ਜਿਸ ਮਹਾਤਮਾ ਨੇ ਜਿਸ ਵਕਤ ਜਿਸ ਜੀਵ ਨੂੰ ਨਾਮ ਦਿੱਤਾ, ਉਸ ਨੂੰ ਆਪਣੇ ਨਾਲ ਮਿਲਾ ਲਿਆ, ਆਪਣੇ ਜਿਹਾ ਕਰ ਲਿਆ। ਜਿਨ੍ਹਾਂ ਜੀਵਾਂ ਨੇ ਉਹਨਾਂ ਦੇ ਬਚਨਾਂ 'ਤੇ ਵਿਸ਼ਵਾਸ ਕਰਕੇ ਕਮਾਈ ਕੀਤੀ, ਉਹਨਾਂ ਨੂੰ ਆਪਣੇ ਨਾਲ ਲੈ ਗਏ। ਉਹਨਾਂ ਦਾ ਜੰਮਣਾ ਮਰਨਾ ਮੁੱਕ ਗਿਆ। ਭਉ ਸਾਗਰ ਅਤੀ ਗਹਿਰ ਗੰਭੀਰ, ਸਤਿਗੁਰ ਪੂਰੇ ਬਾਂਧੀ ਧੀਰ। ਹੁਣ ਫਰਮਾ ਰਹੇ ਹਨ, ਸੰਸਾਰ ਸਮੁੰਦਰ ਅਥਾਹ ਹੈ। ਸੰਤ ਸਤਿਗੁਰੂ ਉਸ ਮਾਲਕ ਦੇ ਭੇਜੇ ਹੋਏ ਆਉਂਦੇ ਹਨ ਔਰ ਆ ਕੇ ਸਤਸੰਗ ਕਰਦੇ ਹਨ। ਜੀਵਾਂ ਨੂੰ ਚਿਤਾਉਂਦੇ ਨੇ ਕਿ ਇਹ ਦੇਸ਼ ਤੁਹਾਡਾ ਦੇਸ਼ ਨਹੀਂ, ਇਹ ਕੌਮਾਂ ਤੁਹਾਡੀਆਂ ਕੌਮਾਂ ਨਹੀਂ। ਸਾਡੀਆਂ ਰੂਹਾਂ 84 ਲੱਖ ਜੂਨਾਂ ਵਿੱਚ ਚੱਕਰ ਖਾ ਰਹੀਆਂ ਹਨ। ਕਦੀ ਮਰਦ, ਕਦੀ ਇਸਤਰੀ, ਕਦੀ ਘੋੜਾ, ਕਦੀ ਗਧਾ, ਕਦੀ ਪਸ਼ੂ, ਕਦੀ ਪੰਖੀ, ਕਦੀ ਕੀੜਾ, ਕਦੀ ਪਤੰਗਾ। ਇਹ ਕਰਮ ਕਰਕੇ ਇਸ ਜੇਲ੍ਹਖਾਨੇ ਵਿੱਚ ਫਸਿਆ ਹੋਇਆ ਹੈ। ਇਹ ਕਾਲ ਦਾ ਹੰਡੋਲਾ ਏ। ਸਾਰੇ ਮਹਾਤਮਾ ਜਿੰਨੇ ਵੀ ਇਸ ਦੇਸ਼ ਵਿੱਚ ਆਏ, ਇਹਨੂੰ ਸਮਝਾ ਕੇ ਚਲੇ ਗਏ, ਮਗਰ ਇਹਦੇ ਕੰਨ 'ਤੇ ਜੂੰ ਤੱਕ ਨਹੀਂ ਸਰਕਦੀ। ਇਹ ਇਹਦੇ ਜਾਲ ਵਿੱਚ ਫਸਿਆ ਰਿਹਾ। ਜਿਹਨੂੰ ਕੋਈ ਸੰਤ ਮਹਾਤਮਾ ਮਿਲ ਗਿਆ ਔਰ ਉਹਨੇ ਉਹਨਾਂ ਨਾਲ ਪਿਆਰ ਕੀਤਾ, ਉਹਨਾਂ ਨੇ ਰਹਿਮ ਖਾ ਕੇ ਉਹਨੂੰ ਨਾਮ ਦਾ ਭੇਦ ਦੇ ਦਿੱਤਾ,
ਔਰ ਉਹਨੇ ਮਿਹਨਤ ਕਰਕੇ ਪਰਦਾ ਖੋਲ੍ਹ ਲਿਆ, ਮਾਲਕ ਨਾਲ ਜਾ ਮਿਲਿਆ। ਨਹੀਂ ਤੇ ਕੁੱਲ ਆਲਮ ਸੁੱਤਾ ਆਇਆ ਤੇ ਸੁੱਤਾ ਚਲਾ ਗਿਆ। ਕਦੇ ਹੇਠਲੇ ਉੱਪਰ, ਕਦੇ ਉੱਪਰਲੇ ਹੇਠ, ਕਦੇ ਨਰਕਾਂ, ਕਦੇ ਸਵਰਗਾਂ ਵਿੱਚ। ਜਿਹੜੇ ਸੰਤ ਸੱਚਖੰਡ ਪਹੁੰਚੇ, ਉਹ ਚਾਹੇ ਹਿੰਦੂ, ਚਾਹੇ ਮੁਸਲਮਾਨ, ਚਾਹੇ ਈਸਾਈ ਸਨ, ਚਾਹੇ ਕਿਸੇ ਹੋਰ ਕੌਮ ਦੇ ਸਨ, ਉਸ ਮਾਲਕ ਦਾ ਰੂਪ ਹੋ ਗਏ। ਉਹ ਕੌਮਾਂ ਮਜ਼ਹਬਾਂ ਦੇ ਕੈਦੀ ਨਹੀਂ ਹੁੰਦੇ, ਉਹ ਸਾਰੇ ਮਜ਼ਹਬਾਂ ਨਾਲ ਪਿਆਰ ਰੱਖਦੇ ਹਨ। ਤਨ ਮਨ ਧਨ ਕੀ ਲਈ ਜਗਾਤ, ਸਿੱਖ ਉਤਾਰੇ ਗਹਿ ਕਰ ਹਾਥ। ਗੁਰੂ ਨੇ ਸਿੱਖ ਤੋਂ ਤਨ ਮਨ ਧਨ ਦੀ ਜਕਾਤ ਲੈ ਲਈ ਤੇ ਉਹਨੂੰ ਹੱਥ ਫੜ ਕੇ ਭੌ ਸਾਗਰ ਤੋਂ ਪਾਰ ਕਰ ਦਿੱਤਾ। ਗੁਰੂ ਲੈਂਦਾ ਵੀ ਕੁਝ ਨਹੀਂ ਤੇ ਛੱਡਦਾ ਵੀ ਕੁਝ ਨਹੀਂ। ਜਿਸ ਦਿਨ ਇੱਥੋਂ ਤੁਰਨਾ ਏ, ਨਾ ਇਹ ਧਨ ਨਾਲ ਜਾਣਾ ਹੈ, ਨਾ ਪੁੱਤਰ, ਨਾ ਧੀਆਂ, ਕਿਸੇ ਨੇ ਨਾਲ ਨਹੀਂ ਜਾਣਾ। ਲੇਕਿਨ ਜੇਕਰ ਘਰ ਵਿੱਚ ਤੁਹਾਡੇ ਕੋਲ ਦੌਲਤ ਵੱਧ ਜਾਏ ਤਾਂ ਸਾਧ ਸੰਗਤ ਦੀ ਸੇਵਾ ਵਿੱਚ ਲਾਓ। ਕਬੀਰ ਸਾਹਿਬ ਕਹਿੰਦੇ ਹਨ, ਪਾਣੀ ਬਾਢੋ ਨਾਉ ਮੇ, ਘਰ ਮੇ ਬਾਢੋ ਦਾਮ, ਦੋਨੋਂ ਹਾਥ ਉਲੀਚੀਏ ਯਹੀ ਸਿਆਣੋ ਕਾਮ। ਬੇੜੀ ਦਰਿਆ ਵਿੱਚ ਜਾ ਰਹੀ ਹੈ, ਜੇਕਰ ਬੇੜੀ ਵਿੱਚ ਪਾਣੀ ਆਉਣਾ ਸ਼ੁਰੂ ਹੋ ਜਾਵੇ ਤਾਂ ਸਿਆਣਾ ਆਦਮੀ ਉਹੀ ਹੈ ਜਿਹੜਾ ਦੋਹਾਂ ਹੱਥਾਂ ਨਾਲ ਪਾਣੀ ਬਾਹਰ ਕੱਢਣਾ ਸ਼ੁਰੂ ਕਰ ਦੇ। ਬੇੜੀ ਪਾਰ ਲੱਗ ਜਾਏਗੀ, ਨਹੀਂ ਤੇ ਉਸ ਦੇ ਡੁੱਬਣ ਦੇ ਵਿੱਚ ਕੋਈ ਸ਼ੱਕ ਨਹੀਂ। ਇਸੇ ਤਰ੍ਹਾਂ ਜੇ ਘਰ ਵਿੱਚ ਰੁਪਇਆ ਵਧਣਾ ਸ਼ੁਰੂ ਹੋ ਜਾਏ ਤਾਂ ਮੁਨਾਸਬ ਹੈ ਕਿ ਉਸ ਵਿੱਚੋਂ ਕੁਝ ਹਿੱਸਾ ਖੈਰਾਤ ਜਾਂ ਗੁਰੂ ਦੀ ਸੇਵਾ ਵਿੱਚ ਖਰਚ ਕਰੋ ਤਾਂ ਧਨ ਸਫਲ ਹੋਗਾ। ਜੇਕਰ ਕਹਿੰਦੇ ਨੇ ਕਿ ਤੁਹਾਡੇ ਕੋਲ ਧਨ ਦੌਲਤ ਵੱਧ ਜਾਏ ਤਾਂ ਕੀ ਕਰੋ? ਜੇਕਰ ਬੁਰੇ ਕੰਮਾਂ ਵਿੱਚ, ਵਿਸ਼ਿਆਂ ਵਕਾਰਾਂ ਵਿੱਚ ਖਰਚ ਕਰੋਗੇ ਤਾਂ ਨਰਕਾਂ ਦਾ ਸਮਾਨ ਕਰੋਗੇ। ਜੇਕਰ ਅੱਛੇ ਕੰਮਾਂ ਵਿੱਚ ਖਰਚ ਕਰੋ ਤਾਂ ਇਹ ਸ਼੍ਰੇਸ਼ਟ ਧਨ ਕਿਹੜਾ ਏ? ਗੁਰੂ ਦੀ ਸੇਵਾ ਵਿੱਚ ਖਰਚ ਹੁੰਦਾ ਏ। ਲੇਕਿਨ ਗੁਰੂ ਸਿੱਖ ਦੀ ਸੂਈ ਨਹੀਂ ਲੈਂਦਾ। ਜੇ ਲੈਂਦਾ ਏ ਤਾਂ ਉਹ ਗੁਰੂ ਨਹੀਂ। ਹੁਣ ਇਹ ਮਕਾਨ ਬਾਬਾ ਜੈਮਲ ਸਿੰਘ ਹਾਲ ਬਣਿਆ ਏ, ਇਸ ਵਿੱਚ ਤੁਸੀਂ ਬੈਠੇ ਹੋ, ਆਰਾਮ ਕਰਦੇ ਹੋ। ਕੀ ਕਹਿੰਦੇ ਹਨ ਗੁਰੂ ਨਾਨਕ ਸਾਹਿਬ? ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕੈ ਮੂਲ ਨਾ ਲੱਗਿਆ ਪਾਏ, ਘਾਲ ਖਾਏ ਕਿਛ ਹੱਥ ਦੇ, ਨਾਨਕ ਰਾਹ ਪਛਾਣੇ ਸੇ। ਆਪਣੀ ਨੌਕਰੀ ਕਰੇ, ਖੇਤੀ ਕਰੇ ਜਾਂ ਮਜ਼ਦੂਰੀ ਕਰਕੇ ਆਪਣੇ ਬਾਲ ਬੱਚਿਆਂ ਨੂੰ ਪਾਲੋ। ਨਾਮਦੇਵ ਨੇ ਸ਼ੈਲਾਂ ਰੰਗੀਆਂ, ਗੁਰੂ ਅਰਜਨ ਸਾਹਿਬ ਨੇ ਛਿਰਟਾ ਵਸਾਇਆ, ਗੁਰੂ ਤੇਗ ਬਹਾਦਰ ਸਾਹਿਬ ਨੇ ਕੀਰਤਪੁਰ ਆਬਾਦ ਕੀਤਾ। ਸਿੱਖਾਂ ਦਾ ਧਨ ਗੁਰੂ ਆਪਣੇ ਖਾਣ ਪੀਣ ਵਿੱਚ ਖਰਚ ਨਹੀਂ ਕਰਦਾ। ਗੁਰੂ ਕੋਲ ਨਾਮ ਦਾ ਧਨ ਹੈ, ਦੁਨੀਆ ਦਾ ਧਨ ਉਹਨੇ ਕੀ ਕਰਨਾ ਹੈ? ਹਾਂ, ਉਹ ਚਾਹੁੰਦਾ ਏ ਕਿ ਸਾਧ ਸੰਗਤ ਦੀ ਸੇਵਾ ਵਿੱਚ ਲੱਗ ਜਾਏ। ਇੱਕ ਵਾਰ ਨਵਾਂ ਸ਼ਹਿਰ ਦਾ ਇੱਕ ਆਦਮੀ ਮੈਨੂੰ ਆਖਣ ਲੱਗਾ, ਮਹਾਰਾਜ ਜੀ ਕੁਝ ਸੇਵਾ ਦੱਸੋ। ਤਾਂ ਮੈਨੂੰ ਹਾਸਾ ਆ ਗਿਆ। ਮੈਂ ਆਖਿਆ, ਮੇਰੀ ਸੇਵਾ ਕੋਈ ਨਹੀਂ ਕਰ ਸਕਦਾ। ਮੇਰੀ ਸੇਵਾ ਤਾਂ ਭਜਨ ਸਿਮਰਨ ਏ। ਚਲੋ ਬੈਠੋ, ਭਜਨ ਕਰੋ। ਜਿਹਨੇ ਮੇਰੀ ਸੇਵਾ ਕਰਨੀ ਏ ਉਹ ਭਜਨ ਸਿਮਰਨ ਤੇ ਧਿਆਨ ਕਰੇ। ਇਹ ਸਭ ਨਾਲੋਂ ਸ੍ਰੇਸ਼ਟ ਤੇ ਉੱਚੀ ਸੇਵਾ ਹੈ। ਸੁਰਤ ਬਹਿ ਥੀ ਨੌ ਕੀ ਧਾਰ, ਤਾਹੇ ਚੜਾਇਆ ਗਗਨ ਮੰਝਾਰ। ਹੁਣ ਸਵਾਮੀ ਜੀ ਮਹਾਰਾਜ ਫਰਮਾਉਂਦੇ ਨੇ ਕਿ ਰੂਹ ਦਾ ਬਚਾਓ 9 ਦੁਆਰਿਆਂ ਵੱਲੋਂ ਬਾਹਰ ਸੀ। ਰੂਹ ਨਫਸ ਭਾਵ ਮਨ ਦੇ ਤਾਬਿਆਂ ਸੀ। ਮਨ ਇੰਦਰੀਆਂ ਭਾਵ ਹਵਸ ਖਮਸਾ ਦਾ ਗੁਲਾਮ ਹੋਇਆ ਸੀ। ਜਿਹੜੀ ਇੰਦਰੀ ਚਾਹੁੰਦੀ ਸੀ ਇਹਨੂੰ ਲਈ ਫਿਰਦੀ ਸੀ। ਅੱਖਾਂ ਸੋਹਣੀ ਸੂਰਤ ਵੱਲ ਖਿੱਚ ਕੇ ਲੈ ਜਾਂਦੀਆਂ ਹਨ। ਜ਼ੁਬਾਨ ਲਜਤਾਂ ਵਿੱਚ ਭਾਵ ਮਨਮੁਖ ਮਨ ਇੰਦਰੀਆਂ ਦੇ ਤਾਬੇ ਹੋਇਆ ਸੀ। ਇਹ ਕਈ ਜਨਮਾਂ ਤੋਂ ਅੰਨਾ ਆਇਆ ਤੇ ਅੰਨਾ ਚਲਾ ਗਿਆ। ਨਾ ਰੂਹ ਦਾ ਰੱਬ ਨਾਲ ਵਿਸਾਲ ਹੋਇਆ, ਨਾ ਜੰਮਣ ਮਰਨ ਮੁੱਕਿਆ। ਗੁਰੂ ਨੇ ਕੀ ਕੀਤਾ? ਇਹਦੀ ਰੂਹ ਨੂੰ ਰੂਹਾਨੀ ਮੰਜ਼ਲਾਂ 'ਤੇ ਚੜ੍ਹਾ ਦਿੱਤਾ। ਇਹਦੇ ਅੰਦਰ ਹੁਕਮ ਭਾਵ ਸ਼ਬਦ ਹੈ, ਅਮਰ ਹੈ। ਉਹ ਤਾਕਤ ਹੈ, ਕੁੱਲ ਦੁਨੀਆ ਨੂੰ ਪੈਦਾ ਕਰਦੀ ਹੈ। ਉਹਦੇ ਨਾਲ ਪਿਆਰ ਕਰਨ 'ਤੇ ਮਨ ਇੰਦਰੀਆਂ ਕਾਬੂ ਆ ਜਾਂਦੀਆਂ ਹਨ, ਕਾਮ ਕ੍ਰੋਧ ਮਰ ਜਾਂਦੇ ਹਨ ਔਰ ਰੂਹ ਪਿੰਡ ਨੂੰ ਛੱਡ ਕੇ ਬ੍ਰਹਮੰਡ 'ਤੇ ਚੱਲ ਜਾਂਦੀ ਹੈ।
ਤੁਸੀਂ ਜਪਜੀ ਸਾਹਿਬ ਵਿੱਚ ਰੋਜ਼ ਪੜ੍ਹਦੇ ਹੋ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮੇ ਮਿਲੇ ਵਡਿਆਈ। ਉਹ ਹੁਕਮ ਕਿਹੜਾ ਹੈ ਜੋ ਖੰਡਾਂ ਬ੍ਰਹਮੰਡਾਂ ਨੂੰ ਪੈਦਾ ਕਰਦਾ ਹੈ? ਇੱਕ ਫਕੀਰ ਕਹਿੰਦਾ ਹੈਫ ਦਰ ਬੰਦ ਜਿਸਮ ਦਰਮਾਨੀ, ਨਸ਼ਨਵੀ ਸੌਤ ਪਾਕ ਰਹਿਮਾਨੀ। ਅਫਸੋਸ ਹੈ ਕਿ ਤੂੰ ਪਾਕ ਬਾਂਗ ਨੂੰ ਨਹੀਂ ਸੁਣਦਾ। ਫਿਰ ਕਹਿੰਦਾ ਹੈ ਉਹ ਤਾਕਤ ਬਾਤ ਕਰਦੀ ਹੈ, ਮਗਰ ਅਫਸੋਸ ਤੂੰ ਤਵੱਜੋ ਨਹੀਂ ਕਰਦਾ। ਸਾਰੇ ਮਹਾਤਮਾ ਹੋਕਾ ਦਿੰਦੇ ਚਲੇ ਗਏ, ਮਗਰ ਸਾਡੇ ਕੰਨਾਂ 'ਤੇ ਜੂੰ ਵੀ ਨਹੀਂ ਸਰਕਦੀ। ਜਦ ਧੁਨ ਨੂੰ ਸੁਣੋਗੇ ਤਾਂ ਮਨ ਇਕੱਠਾ ਹੋ ਜਾਵੇਗਾ, ਜਦ ਧਿਆਨ ਕਰੋਗੇ ਤਾਂ ਮਨ ਖੜਾ ਹੋ ਜਾਵੇਗਾ, ਔਰ ਸਿਮਰਨ ਕਰੋਗੇ ਤਾਂ ਫੈਲਿਆ ਹੋਇਆ ਮਨ ਇੱਕ ਥਾਂ ਠਹਿਰ ਜਾਵੇਗਾ। ਸਿਮਰਨ, ਧਿਆਨ ਔਰ ਧੁਨ ਜਦ ਇਹ ਤ੍ਰੈ ਸਾਧਨ ਪੂਰਨ ਹੋ ਜਾਣਗੇ ਤਾਂ ਉੱਪਰ ਚੜ੍ਹਾਈ ਹੋਵੇਗੀ ਔਰ ਸਾਰੇ ਨਜ਼ਾਰੇ ਤੁਸੀਂ ਦੇਖੋਗੇ। ਜੇਕਰ ਕੋਈ ਉੱਪਰਲੀ ਮੰਜ਼ਿਲ ਵਿੱਚ ਰਹਿੰਦਾ ਹੋਵੇ ਤਾਂ ਉਹਨੂੰ ਮਿਲਣ ਲਈ ਉੱਥੇ ਜਾਣਾ ਪੈਂਦਾ ਹੈ। ਇਸੀ ਤਰ੍ਹਾਂ ਜਦ ਤੁਸੀਂ ਭਜਨ ਸਿਮਰਨ ਕਰਕੇ ਅਸ਼ਟ ਦਲ ਕਮਲ ਵਿੱਚ ਪਹੁੰਚੋਗੇ ਤਾਂ ਉੱਥੇ ਗੁਰੂ ਦਾ ਸਰੂਪ ਹੈ। ਉਸ ਵਕਤ ਮਾਲਕ ਆਪ ਤੁਹਾਡੀ ਸੰਭਾਲ ਕਰੇਗਾ। ਸੁਰਤ ਨੇ ਮਨ ਦਾ ਪਿਆਰ ਤੋੜ ਕੇ ਮਨ ਮਾਰਗ ਛੱਡ ਦਿੱਤਾ, ਭਾਵ 9 ਦਰਵਾਜ਼ੇ ਛੱਡ ਕੇ ਨਾਮ ਨਾਲ ਪਿਆਰ ਪਾ ਲਿਆ। ਕੀ ਨਿਸ਼ਾਨੀ ਹੈ ਮਨ ਮਾਰਗ ਛੱਡਣ ਦੀ ਕਿ ਹੌਲੀ ਹੌਲੀ ਦੋਹਾਂ ਅੱਖਾਂ ਦੇ ਦਰਮਿਆਨ ਆ ਜਾਏ। ਜੇਕਰ ਗਿੱਟੇ ਤੱਕ ਆ ਕੇ ਗਿਆ ਤਾਂ ਕੁਝ ਹੌਸਲਾ ਹੋ ਗਿਆ, ਜੇਕਰ ਗੋਡਿਆਂ ਤੱਕ ਆ ਗਿਆ, ਅੰਦਰ ਵੜ ਗਿਆ ਤਾਂ ਸਭ ਕੁਝ ਬਣ ਗਿਆ। ਕਹਿੰਦੇ ਨੇ ਹੁਣ ਸੁਰਤ ਨੇ ਦੁਨੀਆ ਦਾ ਖਿਆਲ ਛੱਡ ਦਿੱਤਾ ਔਰ ਅੰਦਰ ਵੜ ਕੇ ਨਾਮ ਦਾ ਪਿਆਰ ਲਗਾ ਲਿਆ। ਗਗਨ ਜਾਏ ਧੁਨ ਸ਼ਬਦ ਸਿਹਾਰੀ, ਦੇਖਾ ਰੂਪ ਜੋਤ ਅਤ ਭਾਰੀ। ਕਹਿੰਦੇ ਹਨ ਕਿ ਜਿਸ ਵੇਲੇ ਸੁਰਤ ਅੰਦਰ ਰੂਹਾਨੀ ਮੰਡਲਾਂ 'ਤੇ ਗਈ ਤਾਂ ਅੰਦਰ ਉਹ ਸ਼ਬਦ ਧੁਨ ਧੁਨਕਾਰਾਂ ਦੇ ਰਹੀ ਹੈ। ਜਿਸ ਵਕਤ ਰੂਹ 9 ਦੁਆਰਿਆਂ ਨੂੰ ਖਾਲੀ ਕਰਕੇ ਉੱਪਰ ਚੜੀ ਤਾਂ ਬਿਜਲੀ ਦੇ ਲਿਸ਼ਕਾਰੇ ਪੈਣ ਲੱਗੇ। ਫਿਰ ਜੋਤ ਆ ਗਈ, ਅੰਦਰ ਨੂਰ ਔਰ ਤਜੱਲੀ ਪੈਦਾ ਹੋ ਗਈ, ਮਗਰ ਇਹ ਜੋਤ ਔਰ ਨੂਰ ਨਕਲੀ ਹੈ, ਅਸਲੀ ਅੱਗੇ ਆਉਣਾ ਏ। ਮੁਰਸ਼ਦ ਕਾਮਲ ਨੇ ਉਹ ਰਸਤਾ ਦੱਸ ਦਿੱਤਾ। ਜਦ ਰੂਹ ਉੱਪਰ ਗਈ, ਅੰਦਰਲੇ ਕੰਨ ਖੁੱਲ੍ਹੇ ਔਰ ਜਿਹੜੀ ਅੱਖ ਰੂਹਾਨੀ ਨਜ਼ਾਰਿਆਂ ਨੂੰ ਵੇਖਦੀ ਹੈ ਉਹ ਵੀ ਖੁੱਲ੍ਹ ਗਈ। ਅੰਦਰ ਸ਼ਬਦ ਧੁਨ ਪ੍ਰਗਟ ਹੋ ਗਈ। ਉਹ ਅਖੰਡ ਕੀਰਤਨ ਏ ਔਰ ਅੰਦਰ ਹਰ ਵਕਤ ਹੋ ਰਿਹਾ ਏ। ਅੰਦਰ ਉਹ ਨੂਰ ਔਰ ਤਜੱਲੀ ਪੈਦਾ ਹੋ ਗਈ ਜਿਹੜੀ ਸ਼ਾਂਤੀ ਦਿੰਦੀ ਹੈ। ਉਹ ਅਨਹਦ ਧੁਨ ਸ਼ਬਦ ਹੈ, ਉਹ ਗਿਆਨ ਹੈ। ਉਹਦੇ ਵਿੱਚ ਸੁਰਤ ਨੂੰ ਲਗਾਉਣਾ ਹੈ। ਜਦ ਮੈਂ ਪਰੌਰ ਗਿਆ, ਉੱਥੋਂ ਦੀਆਂ ਬੀਬੀਆਂ ਔਰ ਪੁਰਸ਼ ਬੜੇ ਸਿੱਧੇ ਸਾਧੇ ਸਨ। ਜਦ ਨਾਮ ਦਿੱਤਾ ਤਾਂ 3-4 ਬੀਬੀਆਂ ਦੀ ਝੱਟ ਸੁਰਤ ਚੜ੍ਹ ਗਈ, ਭਾਵ ਜਿਹੋ ਜਿਹਾ ਖਿਆਲ ਦਿੱਤਾ ਉਹੋ ਜਿਹੀਆਂ ਹੋ ਗਈਆਂ। ਜੇਕਰ ਤੁਸੀਂ ਮਨ ਦੀ ਸੋਹਬਤ ਛੱਡ ਦਿਓ ਤਾਂ ਇੱਕਦਮ ਰੂਹ ਅੰਦਰ ਜਾਵੇਗੀ। ਬਾਹਰਲੇ ਖਿਆਲ ਹੀ ਇਹਨੂੰ ਅੰਦਰ ਜਾਣ ਨਹੀਂ ਦਿੰਦੇ। ਇਹ ਜਿੰਨਾ ਜਪ ਤਪ ਪੜ੍ਹਨਾ ਪੜ੍ਹਾਉਣਾ ਪ੍ਰਾਣਾਯਾਮ ਵਗੈਰਾ ਹੈ, ਸਭ ਮਨ ਦੇ ਰੋਕਣ ਵਾਸਤੇ ਹੈ। ਜੇਕਰ ਮਨ ਰੁਕ ਜਾਏ ਤਾਂ ਕਿਸੇ ਚੀਜ਼ ਦੀ ਲੋੜ ਨਹੀਂ। ਜਦ ਤੁਸੀਂ ਇਕਾਗਰਤਾ ਕਰਕੇ ਅੱਖਾਂ ਦੇ ਪਿੱਛੇ ਹੋ ਕੇ ਉੱਪਰ ਆਓਗੇ ਤਾਂ ਜਿਸ ਤਰ੍ਹਾਂ ਹਨੇਰੀ ਰਾਤ ਵਿੱਚ ਬਿਜਲੀ ਦੀ ਰੋਸ਼ਨੀ ਹੁੰਦੀ ਹੈ, ਅੰਦਰ ਉਜਿਆਰਾ ਜੋਤੀ ਹੋ ਜਾਵੇਗੀ। ਜਿਹਾ ਕਿ ਅੱਗੇ ਵੀ ਅਰਜ਼ ਕੀਤੀ ਗਈ ਹੈ, ਇਸ ਤੋਂ ਅੱਗੇ ਤਾਰਾ ਮੰਡਲ ਆਵੇਗਾ। ਜਿਹੜੀ ਅੰਦਰ ਜੋਤ ਹੈ ਉਹਦੇ ਵਿੱਚੋਂ ਨਾਦ ਆ ਰਿਹਾ ਹੈ। ਉਹਦੇ ਵਿੱਚ ਸੁਰਤ ਨੇ ਆਪਣਾ ਖਿਆਲ ਜੋੜ ਦਿੱਤਾ, ਭਾਵ ਦ੍ਰਿਸ਼ਟੀ ਨਾਲ ਦ੍ਰਿਸ਼ਟੀ ਜੁੜ ਗਈ ਔਰ ਉਹਦੇ ਵਿੱਚ ਲੀਨ ਹੋ ਗਈ। ਜਦ ਸੂਰਜ ਔਰ ਚੰਦਰਮਾ ਲੰਘ ਕੇ ਉੱਪਰ ਗਏ ਤਾਂ ਅੱਗੇ ਗੁਰੂ ਆ ਗਿਆ। ਜਦ ਅੰਦਰ ਗੁਰੂ ਨਾਲ ਗੱਲਾਂ ਕਰਨ ਲੱਗ ਜਾਏ ਤਾਂ ਆਦਮੀ ਦੀ ਗੁਰ ਭਗਤੀ ਮੁਕੰਮਲ ਹੋ ਜਾਂਦੀ ਏ ਔਰ ਨਾਮ ਭਗਤੀ ਬਾਕੀ ਰਹਿ ਜਾਂਦੀ ਏ। ਜੋਤ ਨਿਹਾਰੋ ਦੇਖੇ ਤਾਰਾ, ਬੰਕ ਨਾਲ ਕਾ ਖੋਲਾ ਦੁਆਰਾ। ਹੁਣ
ਸਵਾਮੀ ਜੀ ਮਹਾਰਾਜ ਬੜੇ ਪਿਆਰ ਨਾਲ ਸਮਝਾ ਰਹੇ ਹਨ ਕਿ ਹੁਣ ਜੋਤ ਪ੍ਰਗਟ ਹੋ ਗਈ। ਜਦੋਂ ਮਨ ਇੰਦਰੀਆਂ ਨੂੰ ਰੋਕ ਕੇ ਇੱਥੇ ਅੱਖਾਂ ਦੇ ਪਿੱਛੇ ਤਵੱਜੋ ਰੱਖ ਕੇ ਸਿਮਰਨ ਕਰੇਗਾ ਤਾਂ ਇਹ ਵਜੂਦ ਬੇਸੁੱਧ ਹੋ ਜਾਵੇਗਾ, ਅੱਗੇ ਪ੍ਰਕਾਸ਼ ਆ ਜਾਵੇਗਾ। ਫਿਰ ਸੂਰਜ ਚੰਦ ਲੰਘ ਕੇ ਅੱਗੇ ਤੁਰਿਆ ਪਦ ਆਏਗਾ। ਜਦ ਸਹੰਸ ਦਲ ਕੰਵਲ ਭਾਵ ਤੁਰਿਆ ਪਦ ਲੰਘ ਜਾਏ ਤਾਂ ਯਕੀਨ ਆ ਜਾਂਦਾ ਹੈ ਸਾਡੇ ਸਾਰਿਆਂ ਦੇ ਅੰਦਰ ਅੰਮ੍ਰਿਤ ਬਰਸ ਰਿਹਾ ਹੈ। ਜਿਸ ਵਕਤ ਇਹ ਅੰਮ੍ਰਿਤ ਪੀਂਦਾ ਹੈ ਮਨ ਸਥਿਰ ਹੋ ਜਾਂਦਾ ਹੈ। ਇਹੋ ਦਵਾ ਰਿਖੀ ਮੁਨੀਆਂ ਨੇ ਖਾਧੀ, ਇਹੋ ਹੋਰ ਮਹਾਤਮਾ ਨੇ। ਜਿੰਨੇ ਸੰਤ ਆਏ ਇਹੋ ਹੀ ਦਵਾ ਦਿੰਦੇ ਰਹੇ। ਜਦ ਤੱਕ ਮਨ ਇਹਦੀ ਲੱਜਤ ਨਹੀਂ ਲੈਂਦਾ ਇਹਨੂੰ ਉਹ ਮਾਲਕ ਨਹੀਂ ਮਿਲਦਾ। ਜਦ ਇਹ ਅੰਦਰ ਗਿਆ ਅੰਮ੍ਰਿਤ ਪੀਤਾ ਤਾਂ ਮਨ ਕਾਬੂ ਆ ਗਿਆ। ਜਦ ਮਨ ਇੰਦਰੀਆਂ ਕਾਬੂ ਆਉਂਦੇ ਹਨ ਤਾਂ ਇਹ ਅੰਮ੍ਰਿਤ ਪੀਂਦਾ ਹੈ ਔਰ ਰੂਹ ਆਜ਼ਾਦ ਹੋ ਜਾਂਦੀ ਹੈ। ਜਦ ਤੁਰਿਆ ਪਾਥੀ ਆਜ਼ਾਦੀ ਮਿਲ ਗਈ ਤਾਂ ਬ੍ਰਹਮ ਵਿੱਚ ਆਉਂਦੇ ਨੇ। ਅੱਖਾਂ ਤੱਕ ਬੇਸ਼ੁਮਾਰ ਤਰੀਕੇ ਨੇ, ਲੇਕਿਨ ਆਸਾਨ ਤੋਂ ਆਸਾਨ ਤਰੀਕਾ ਸਿਮਰਨ ਹੈ। ਵਜੂਦ ਸੋ ਜਾਏਗਾ, ਅੰਦਰ ਰਸਤਾ ਖੁੱਲ੍ਹ ਜਾਵੇਗਾ। ਉਹ ਆਲਮ ਬਕਾ ਹੈ, ਇਹ ਆਲਮ ਫਨਾ ਹੈ। ਜਿਸ ਵਕਤ ਇਹ ਅੰਦਰ ਜਾਵੇਗਾ ਅੱਗੇ ਤਾਰਾ ਆਏਗਾ, ਫਿਰ ਸੂਰਜ ਚੰਦ ਆਉਣਗੇ। ਹਜ਼ਰਤ ਇਬਰਾਹਿਮ ਸਾਹਿਬ ਕਹਿੰਦੇ ਨੇ ਕਿ ਮੈਂ ਤਾਰਾ ਵੇਖਿਆ। ਗੁਰੂ ਨਾਨਕ ਸਾਹਿਬ ਵੀ ਕਹਿੰਦੇ ਨੇ ਤਾਰਾ ਚੜ੍ਹਿਆ ਲੰਮਾ ਕਿਉਂ ਨਦਰ ਨਿਹਾਲਿਆ ਰਾਮ। ਇਹੋ ਤੁਲਸੀ ਸਾਹਿਬ ਕਹਿੰਦੇ ਨੇ ਗਗਨ ਦੁਆਰ ਦੀਸੇ ਇੱਕ ਤਾਰਾ। ਜਦ ਇਸ ਤੋਂ ਅੱਗੇ ਜਾਓਗੇ ਅੱਗੇ ਜੋਤ ਆਵੇਗੀ। ਜਦ ਰੂਹ ਅੱਖਾਂ ਦੇ ਚੱਕਰ ਤੋਂ ਪਿਛਾਂਹ ਹਟੀ ਅੰਦਰ ਚਾਨਣ ਹੋ ਗਿਆ ਭਾਵ ਤਾਰਾ ਮੰਡਲ ਆ ਗਿਆ। ਜਿਹੜਾ ਚਮਕੀਲਾ ਤਾਰਾ ਸ਼ੁਕਰ ਏ ਪ੍ਰਗਟ ਹੋ ਗਿਆ। ਉਹਦੇ ਵਿੱਚ ਆਪਣੀ ਰੂਹ ਨੂੰ ਲਾ ਦਿਓ। ਜਦ ਰੂਹ ਲੱਗੀ ਤਾਰਾ ਫਟ ਗਿਆ, ਅੱਗੇ ਸੂਰਜ ਔਰ ਚੰਦਰਮਾ ਨੇ ਉਹ ਵੀ ਲੰਘ ਜਾਓ, ਅੱਗੇ ਜੋਤ ਆ ਗਈ। ਇਹ ਸੱਚਾ ਠਾਕਰ ਦੁਆਰਾ ਹੈ, ਸੱਚੀ ਮਸਜਿਦ ਹੈ। ਇਹਨੂੰ ਸਹੰਸ ਦਲ ਕਮਲ ਔਰ ਮੁਕਾਮੇ ਅੱਲਾ ਵੀ ਕਹਿੰਦੇ ਹਨ। ਜ਼ੁਬਾਨ ਇਸ ਜੋਤ ਦੀ ਤਾਰੀਫ ਨਹੀਂ ਕਰ ਸਕਦੀ। ਇਹਦੀ 1000 ਬੱਤੀ ਹੈ। ਬੇਸ਼ੁਮਾਰ ਰਿਖੀ ਮੁਨੀ ਇਹਦੇ 'ਤੇ ਆਸ਼ਿਕ ਹੋਏ ਪਏ ਹਨ, ਅੱਗੇ ਨਹੀਂ ਜਾ ਸਕਦੇ। ਜਿਗਿਆਸੂ ਨੂੰ ਚਾਹੀਦਾ ਹੈ ਕਿ ਕੁਝ ਦਿਨ ਉਹਦਾ ਧਿਆਨ ਕਰੇ। ਬੰਕ ਨਾਲ ਕਹਿੰਦੇ ਨੇ ਟੇਢੀ ਸੁਰੰਗ ਨੂੰ, ਖੁੰਦਰ ਨੂੰ। ਇਹਦੇ ਵਿੱਚੋਂ ਲੰਘ ਕੇ ਤੁਰਿਆ ਪਦ ਨੂੰ ਜਾਈਦਾ ਹੈ। ਅੱਗੇ ਬ੍ਰਹਮ ਦਾ ਦੇਸ਼ ਹੈ ਜੋ ਮੁਕਤੀ ਦਾ ਦਰਵਾਜ਼ਾ ਹੈ। ਜਿਸ ਦਰਵਾਜ਼ੇ 'ਤੇ ਲੰਘ ਕੇ ਨਜ਼ਾਤ ਮਿਲਦੀ ਹੈ ਉਹ ਵਾਲ ਦੇ 10ਵੇਂ ਹਿੱਸੇ ਦੇ ਬਰਾਬਰ ਹੈ। ਔਰ ਮਨ ਹਾਥੀ ਹੈ, ਲੰਘੇ ਤਾਂ ਕਿਸ ਤਰ੍ਹਾਂ ਲੰਘੇ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਰਾਹ ਖੁਦਾ ਭੀਹਾ ਵਲਾ ਵਾਲੋਂ 10ਵੇਂ ਭਾਏ। ਹਾਥੀ ਮਿਊ ਨਾ ਸਕੀਏ ਹਉਮੈ ਰੱਖੇ ਅੜਾਏ। ਬ੍ਰਹਮ ਮੁਕਾਮੇ ਅੱਲਾ ਹੂ ਹੈ ਔਰ ਸੁਨ ਮੁਕਾਮ ਹੂ ਹੈ। ਲਫ਼ਜ਼ਾਂ ਦਾ ਫਰਕ ਹੈ। ਉਹਨਾਂ ਮੁਸਲਮਾਨ ਫਕੀਰਾਂ ਨੇ ਆਪਣੀ ਜ਼ੁਬਾਨ ਵਿੱਚ ਨਾਮ ਰੱਖੇ ਹਨ, ਅਸੀਂ ਆਪਣੀ ਜ਼ੁਬਾਨ ਵਿੱਚ ਰੱਖੇ ਹਨ। ਸੰਖ ਸੁਨਾ ਔਰ ਧੁਨ ਓਂਕਾਰਾ, ਸ਼ਬਦ ਗੁਰੂ ਕਾ ਘਾਟ ਨਿਹਾਰਾ। ਹੁਣ ਸਵਾਮੀ ਜੀ ਮਹਾਰਾਜ ਅੱਗੇ ਦਾ ਹਾਲ ਬਿਆਨ ਕਰਦੇ ਹਨ ਕਿ ਹੁਣ ਸੰਖ ਦੀ ਆਵਾਜ਼ ਔਰ ਓਂਕਾਰ ਦੀ ਧੁਨ ਸੁਣਾਈ ਦੇਣ ਲੱਗੀ। ਉੱਥੇ ਸ਼ਬਦ ਗੁਰੂ ਦਾ ਘਾਟ ਲੱਭ ਗਿਆ ਭਾਵ ਜਦ ਤੁਸੀਂ ਰੂਹ ਔਰ ਮਨ ਨੂੰ ਅੰਦਰ ਅੱਖਾਂ ਤੋਂ ਉੱਪਰ ਖੜਾ ਕਰੋਗੇ ਉੱਥੇ ਬਾਂਗ ਆ ਰਹੀ ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ ਸ਼ਬਦ ਔਰ ਨਾਮ ਕਹਿੰਦੇ ਹਨ। ਉਹ ਪਿਆਰੇ ਤੋਂ ਪਿਆਰਾ ਗੀਤ ਹੈ ਔਰ ਹਰ ਵਕਤ ਅੰਦਰ ਹੋ ਰਿਹਾ ਹੈ। ਤੁਸੀਂ ਸੋ ਜਾਓ, ਉਹ ਨਹੀਂ ਸੌਂਦਾ। ਜਦ ਉਹਦੇ ਨਾਲ ਪਿਆਰ ਕਰੋਗੇ, ਉਹਦੇ ਵਿੱਚ ਧਿਆਨ ਲਗਾਓਗੇ, ਉਹ ਤੁਹਾਡੀ ਰੂਹ ਨੂੰ ਪਕੜ ਕੇ ਖੰਡਾਂ ਬ੍ਰਹਿਮੰਡਾਂ 'ਤੇ ਲੈ ਜਾਵੇਗਾ। ਉਹ ਗਾਉਣ ਵਜਾਉਣ ਵਾਲਾ ਸ਼ਬਦ ਨਹੀਂ, ਲਿਖਣ ਪੜ੍ਹਨ ਵਾਲਾ ਸ਼ਬਦ ਨਹੀਂ, ਬਲਕਿ ਅਨਹਦ ਧੋਨੇ ਅੰਦਰ ਵੜ ਕੇ ਉਹਦੇ ਨਾਲ ਧਿਆਨ ਲਗਾਓ। ਇੱਕ ਹੋਰ ਜਗ੍ਹਾ ਸਵਾਮੀ ਜੀ ਮਹਾਰਾਜ ਕਹਿੰਦੇ ਹਨ ਗੁਰ ਕਾ ਘਾਟ ਨਿਹਾਰ ਸੁਰਤ ਬਾਂਧ ਨਿਜ ਸ਼ਬਦ ਮੇ।
ਭਾਵ ਉਹ ਸ਼ਬਦ ਧੁਨ ਹੈ, ਬਾਂਗੇ ਇਲਾਹੀ ਹੈ, ਜਿਸ ਨੂੰ ਕਲਮਾ ਵੀ ਕਹਿੰਦੇ ਹਨ। ਜਿਉਂ ਜਿਉਂ ਇਹ ਅੰਦਰ ਚੜ੍ਹਦਾ ਏ, ਸੁਰਤ ਦੀ ਸ਼ਬਦ ਦੀ ਲੱਜਤ ਲੈਂਦਾ ਏ, ਬਲਕਿ ਰਾਤ ਦਿਨ ਸ਼ਬਦ ਨੂੰ ਹੀ ਖਾਂਦਾ ਔਰ ਸ਼ਬਦ ਨੂੰ ਹੀ ਸੁਣਦਾ ਏ। ਤਿਉਂ ਤਿਉਂ ਇਹਦਾ ਅਨੁਭਵ ਖੁੱਲ੍ਹਦਾ ਜਾਂਦਾ ਹੈ ਔਰ ਇਹ ਮਾਲਕ ਦੇ ਨਜ਼ਦੀਕ ਹੁੰਦਾ ਜਾਂਦਾ ਹੈ। ਛੋੜਾ ਮਨ ਅਬ ਚੇਤੀ ਸੁਰਤ, ਤ੍ਰਿਕੁਟੀ ਚੜ੍ਹ ਨਿਰਖੀ ਗੁਰਮੂਰਤ। ਮਨ ਨੂੰ ਜਿੱਤ ਲਓ ਤਾਂ ਸਾਰਾ ਬ੍ਰਹਿਮੰਡ ਤੁਹਾਡੇ ਤਾਬੇ ਹੋ ਜਾਵੇਗਾ, ਸੁਰਤ ਆਜ਼ਾਦ ਹੋ ਜਾਵੇਗੀ। ਅਗਰ ਸਾਡੀ ਰੂਹ ਪਿੰਡ ਨੂੰ ਛੱਡ ਕੇ ਬ੍ਰਹਿਮੰਡ 'ਤੇ ਨਹੀਂ ਗਈ ਤਾਂ ਮਨੁੱਖ ਜਨਮ ਬਰਬਾਦ ਹੋ ਗਿਆ। ਅਸੀਂ ਅੱਖਾਂ ਤੋਂ ਬਾਹਰ ਬੈਠੇ ਰਹੇ। ਜਦ ਸੁਰਤ ਅੰਦਰ 10ਵੀਂ ਗਲੀ ਵਿੱਚ ਚੜ੍ਹੀ, ਤਾਰੇ, ਸੂਰਜ, ਚੰਦਰਮਾ ਲੰਘ ਕੇ ਅੱਗੇ ਸਤਿਗੁਰ ਦਾ ਸਰੂਪ ਆ ਗਿਆ। ਉਹਦੇ ਵਿੱਚ ਧਿਆਨ ਲਗਾਉਣਾ ਹੈ। ਅੱਗੇ ਸੁਰਤ ਸਹੰਸ ਦਲ ਕਮਲ ਵਿੱਚ ਪਹੁੰਚ ਗਈ। ਮਜ਼ਹਬੇ ਇਸਲਾਮ ਦੇ ਫਕੀਰ ਉਸ ਨੂੰ ਮੁਕਾਮੇ ਅੱਲਾ ਕਹਿੰਦੇ ਹਨ। ਉਹ 1032 ਦੀ ਜੋਤ ਹੈ। ਸਹੰਸ ਦੇ ਅਰਥ ਹਨ ਹਜ਼ਾਰ। ਉਹ ਇਸ ਕਿਸਮ ਦਾ ਕਮਲ ਹੈ ਕਿ ਉਹਦੀਆਂ 1000 ਪੰਖੜੀਆਂ ਹਨ। ਉੱਥੇ ਇੰਨੀ ਰੋਸ਼ਨੀ ਹੈ ਕਿ ਰੂਹ ਰੱਸੀ ਦੇ ਹੀ ਵੇਖ ਸਕਦੀ ਹੈ। ਜਿਸ ਵਕਤ ਅਭਿਆਸੀ ਸਹੰਸ ਦਲ ਕਮਲ ਨੂੰ ਪੂਰੇ ਤੌਰ 'ਤੇ ਤੈਅ ਕਰ ਲੈਂਦਾ ਹੈ ਤਾਂ ਉਹਨੂੰ ਜਿਹੜੀ ਉਸ ਦੀ ਧੁਨ ਤ੍ਰਿਕਟੀ ਤੋਂ ਉੱਠ ਰਹੀ ਹੈ ਖਿੱਚਦੀ ਹੈ। ਸਹੰਸ ਦਲ ਕਮਲ ਤੋਂ ਉੱਪਰ ਔਰ ਤ੍ਰਿਕਟੀ ਤੋਂ ਨੀਚੇ ਇੱਕ ਬਰੀਕ ਤੋਂ ਬਰੀਕ ਰਸਤਾ ਹੈ, ਜਿਹਨੂੰ ਬੰਕ ਨਾਲ ਕਹਿੰਦੇ ਹਨ। ਬੰਕ ਕਹਿੰਦੇ ਹਨ ਟੇਢੇ ਔਰ ਨਾਲ ਕਹਿੰਦੇ ਹਨ ਰਸਤੇ ਨੂੰ। ਇਹ ਇੱਕ ਵਿੰਗਾ ਰਾਹ ਹੈ ਜਿਹਦੇ ਵਿੱਚ ਪਹਿਲਾਂ ਸਿੱਧਾ ਜਾਣਾ ਪੈਂਦਾ ਹੈ, ਫਿਰ ਹੇਠਾਂ ਉਤਰਨਾ ਪੈਂਦਾ ਹੈ, ਫਿਰ ਚੜ੍ਹੀਦਾ ਹੈ ਔਰ ਫਿਰ ਅੱਗੇ ਸਿੱਧਾ ਜਾਣਾ ਪੈਂਦਾ ਹੈ। ਇਹੋ ਸਵਾਮੀ ਜੀ ਮਹਾਰਾਜ ਫਰਮਾ ਰਹੇ ਹਨ ਕਿ ਬੰਕ ਵਿੱਚੋਂ ਹੋ ਰਹੀ ਤ੍ਰਿਕਟੀ ਦੇਸ਼ ਵਿੱਚ ਜਾਣਾ ਹੈ। ਮੁਸਲਮਾਨ ਇਸ ਨੂੰ ਅੱਲਾਹੂ ਕਹਿੰਦੇ ਹਨ, ਅਸੀਂ ਤ੍ਰਿਕੁਟੀ ਕਹਿੰਦੇ ਹਾਂ। ਇੱਥੇ 4 ਦਲ ਦਾ ਕਮਲ ਏ ਔਰ ਇਹਦਾ ਸਵਾਮੀ ਓਮ ਏ। ਜਿਸ ਸਮੇਂ ਰੂਹ ਤ੍ਰਿਕੁਟੀ ਵਿੱਚ ਗਈ, ਬੱਦਲ ਦੀ ਘਨ ਘੋਰ ਗਰਜ ਸੁਣਾਈ ਦਿੱਤੀ। ਬਿਜਲੀ ਦੇ ਲਿਸ਼ਕਾਰਿਆਂ ਦਾ ਨੂਰ ਵੇਖਿਆ। ਕਾਮ ਕ੍ਰੋਧ ਵਗੈਰਾ ਦਾ ਨਾਸ਼ ਹੋ ਗਿਆ ਔਰ ਇਹਨਾਂ ਦੀ ਜਗ੍ਹਾ ਗੁਰੂ ਦਾ ਪ੍ਰੇਮ ਔਰ ਪਿਆਰ ਆ ਗਿਆ। ਗੁਰੂ ਚੇਲਾ ਮਿਲ ਆਗੇ ਚਾਲੀ, ਮਾਨ ਸਰੋਵਰ ਸ਼ਬਦ ਸੰਭਾਲੀ। ਗੁਰੂ ਕਹਿੰਦਾ ਹੈ, ਐ ਸਿੱਖ, ਤੇਰੇ ਅੰਦਰੋਂ ਵਾਹਿਗੁਰੂ ਵਾਹਿਦ ਹੂ ਅੱਲਾ ਲਾ ਸ਼ਰੀਕ ਹੈ, ਤੂੰ ਅੰਦਰ ਚੱਲ ਤੇ ਸਹੀ। ਫਿਰ ਉਹ ਇਹ ਨਹੀਂ ਕਹਿੰਦਾ ਕਿ ਤੂੰ ਇਕੱਲਾ, ਜਾਂ ਬਲਕਿ ਕਹਿੰਦਾ ਹੈ ਕਿ ਤੂੰ ਅੰਦਰ ਚੱਲ, ਮੈਂ ਹਰ ਮੰਜ਼ਿਲ 'ਤੇ ਤੇਰੇ ਨਾਲ ਹਾਂ, ਤੈਨੂੰ ਮਦਦ ਦਿਆਂਗਾ। ਜਦ ਸੁਰਤ ਕਮਾਈ ਕਰਕੇ ਤ੍ਰਿਕੁਟੀ ਭਾਵ ਬ੍ਰਹਮ ਥੀ ਉੱਪਰ ਚੜ੍ਹੀ, ਪਾਰ ਬ੍ਰਹਮ ਵਿੱਚ ਆ ਗਈ, ਜਿਹਨੂੰ ਮੁਸਲਮਾਨ ਫਕੀਰ ਲਾਹੂਤ ਕਹਿੰਦੇ ਹਨ। ਉੱਥੇ ਅੰਮ੍ਰਿਤਸਰ ਜਾਂ ਮਾਨ ਸਰੋਵਰ ਹੈ। ਜਦ ਰੂਹ ਨੇ ਉਹਦੇ ਵਿੱਚ ਇਸ਼ਨਾਨ ਕੀਤਾ ਤਾਂ ਸਾਰੇ ਗਿਲਾਫ ਲਾ ਕੇ ਨੰਗੀ ਹੋ ਗਈ। ਤਦ ਇਹ ਕਹਿੰਦਾ ਏ ਕਿ ਮੈਂ ਆਤਮਾ ਹਾਂ। ਉੱਥੇ ਨਾ ਇਹ ਗੋਰਾ, ਨਾ ਕਾਲਾ ਔਰ ਨਾ ਕਿਸੇ ਹੋਰ ਰੰਗ ਦਾ ਹੈ। ਉੱਥੇ ਇਹਦਾ ਆਪਣਾ ਨੂਰ 12 ਸੂਰਜ ਦਾ ਹੈ। ਤੁਸੀਂ ਕਦੇ ਨਹੀਂ ਮੰਨੋਗੇ। ਜਦ ਕਿ ਇੱਥੇ ਅਸੀਂ ਇੱਕ ਸੂਰਜ ਵੱਲ ਮੂੰਹ ਨਹੀਂ ਕਰ ਸਕਦੇ। ਮਗਰ ਨਹੀਂ, ਆਤਮਾ ਪਰਮਾਤਮਾ ਦੀ ਅੰਸ਼ ਹੈ। ਰੂਹ ਅਮਰ ਰੱਬੀ ਹੈ। ਕੁਰਾਨ ਸ਼ਰੀਫ ਪੜ੍ਹ ਕੇ ਦੇਖੋ, ਜਿਸ ਤਰ੍ਹਾਂ ਬਾਹਰ ਗੰਗਾ, ਜਮਨਾ ਔਰ ਸਰਸਵਤੀ ਦਾ ਸੰਗਮ ਹੁੰਦਾ ਹੈ, ਇਸੇ ਤਰ੍ਹਾਂ ਅੰਦਰ ਪਾਰ ਬ੍ਰਹਮ ਵਿੱਚ ਇੱਕ ਤੀਰਥ ਹੈ ਜਿੱਥੇ ਤਿੰਨੇ ਨਦੀਆਂ ਇਕੱਠੀਆਂ ਹੁੰਦੀਆਂ ਨੇ। ਉਹਨੂੰ ਰਿਸ਼ੀ ਮੁਨੀ ਪ੍ਰਾਗ ਕਹਿੰਦੇ ਹਨ। ਗੁਰੂ ਨਾਨਕ ਸਾਹਿਬ ਅੰਮ੍ਰਿਤਸਰ ਕਹਿੰਦੇ ਹਨ, ਜਿੱਥੇ ਨਹਾ ਕੇ ਜਨਮਾਂ ਜਨਮਾਂ ਦੀ ਮੈਲ ਉਤਰਦੀ ਹੈ। ਹਸਨ ਸਾਥ ਕਰੀ ਜਾਏ ਜਾਰੀ, ਸੁਰਤ ਸਖੀ ਹੋਈ ਅਬ ਸਭ ਕੀ ਪਿਆਰੀ। ਉੱਥੇ ਇਹਨੂੰ ਹੋਰ ਰੂਹਾਂ ਮਿਲ ਗਈਆਂ। ਉਹਨਾਂ ਨੂੰ ਸੰਤਾਂ ਨੇ ਹੰਸ ਦਾ ਨਾਮ ਦਿੱਤਾ ਹੈ। ਸਾਰੀਆਂ ਰੂਹਾਂ ਭਾਵ ਹੰਸ ਮਿਲ ਕੇ ਸੱਚੇ ਮਾਲਕ ਦੇ ਗੁਣ ਗਾਉਂਦੀਆਂ ਹਨ ਔਰ ਇਸ ਸੁਰਤ ਨੂੰ ਪ੍ਰੇਮ ਨਾਲ
ਕਾਲ ਦੇ ਜਾਲ ਤੋਂ ਰਹਿਤ ਹੋਣ 'ਤੇ ਵਧਾਈਆਂ ਦਿੰਦੀਆਂ ਹਨ। ਸੁਰਤ ਕਹਿੰਦੇ ਹਨ ਤਵੱਜੋ ਨੂੰ। ਇਹ ਚੇਤਨ ਦੀ ਜ਼ਾਹਰੀ ਅਲਾਮਤ ਹੈ। ਇਹ ਸਰੀਰ ਵਿੱਚ ਸੁਰਤ ਦੀ ਧਾਰ ਦਿਮਾਗ ਤੋਂ ਹੇਠਾਂ ਨੂੰ ਉੱਤਰ ਕੇ ਆਉਂਦੀ ਹੈ ਔਰ ਰਗ ਰਗ ਰੇਸ਼ੇ ਰੇਸ਼ੇ ਗਰਜੇ ਕੇ ਬਦਨ ਦੇ ਹਰ ਇੱਕ ਅੰਗ ਨੂੰ ਚਲਾਉਂਦੀ ਹੈ। ਜਾਗਰਿਕ ਅਵਸਥਾ ਵਿੱਚ ਇਹ ਜਿਸਮ ਵਿੱਚ ਆਪਣਾ ਮੁਕਾਮ ਰੱਖਦੀ ਹੋਈ ਸਾਰੇ ਕੰਮਕਾਰ ਕਰਦੀ ਹੈ। ਸੁਪਨ ਅਵਸਥਾ ਵਿੱਚ ਸਿਮਟ ਕੇ ਅੰਦਰ ਉੱਪਰ ਚਲੀ ਜਾਂਦੀ ਹੈ ਔਰ ਮਨ ਦੇ ਮੁਕਾਮ 'ਤੇ ਠਹਿਰ ਕੇ ਖਿਆਲੀ ਤਮਾਸ਼ੇ ਕਰਨ ਲੱਗ ਜਾਂਦੀ ਹੈ। ਇਸ ਕਾਰਨ ਸੁਪਨੇ ਆਉਂਦੇ ਹਨ ਔਰ ਜਦ ਇਕੱਤਰ ਹੋ ਕੇ ਸ਼ਸ਼ੂਪਤੀ ਭਾਵ ਗਹਿਰੀ ਨਿੰਦਰਾ ਵਿੱਚ ਜਾਂਦੀ ਹੈ ਤਾਂ ਸੁਪਨੇ ਵੀ ਬੰਦ ਹੋ ਜਾਂਦੇ ਹਨ। ਅਭਿਆਸ ਦੇ ਵਕਤ ਸੁਰਤ ਦਾ ਸਿਮਟਾਓ ਉੱਪਰ ਨੂੰ ਹੁੰਦਾ ਹੈ। ਪਹਿਲੇ ਸਥਾਨ ਤੱਕ ਸੁਰਤ ਹੌਲੇ ਹੌਲੇ ਚੀਂਟੀ ਵਾਂਗ ਟੁਰਦੀ ਏ। ਸ਼ਸਤਰ ਉਹਨੂੰ ਪਿਪਲੋਕਾ ਮਾਰਗ ਕਹਿੰਦੇ ਹਨ। ਦੂਜੇ ਸਥਾਨ 'ਤੇ ਇਹਦੀ ਚਾਲ ਮਛਲੀ ਜਾਂ ਮੱਕੜੀ ਦੀ ਹੋ ਜਾਂਦੀ ਏ। ਤੀਸਰੀ ਮੰਜ਼ਿਲ 'ਤੇ ਸੁਰਤ ਦੀ ਚਾਲ ਇਸ ਤਰ੍ਹਾਂ ਉਡਾਣ ਲੱਗਦੀ ਹੈ। ਸ਼ਸਤਰ ਇਹਨੂੰ ਵਿਹੰਗਮ ਮਾਰਗ ਦਾ ਨਾਮ ਦਿੰਦੇ ਹਨ। ਚੌਥੀ ਮੰਜ਼ਿਲ 'ਤੇ ਇਹਦੀ ਚਾਲ ਫਿਰ ਬਦਲ ਜਾਂਦੀ ਹੈ ਔਰ ਸੁਰਤ ਉਲਟ ਕੇ ਉੱਪਰ ਨੂੰ ਚੱਲਦੀ ਏ। ਇਹ ਹੰਸ ਮਾਰਗ ਕਹਿਲਾਉਂਦਾ ਹੈ। ਪੰਜਵੀਂ ਮੰਜ਼ਿਲ ਦਾ ਸਥਾਨ 'ਤੇ ਹੰਸ ਵੀ ਚਾਲ ਰਹਿੰਦੀ ਏ, ਮਗਰ ਇੱਥੇ ਰਫਤਾਰ ਵਿੱਚ ਹੋਰ ਸਥਿਰਤਾ ਆ ਜਾਂਦੀ ਹੈ ਔਰ ਸੁਰਤ ਪਰਮਹੰਸ ਗਤੀ ਨੂੰ ਪ੍ਰਾਪਤ ਹੁੰਦੀ ਹੈ। ਪਾਰ ਬ੍ਰਹਮ ਸੰਤਾਂ ਦਾ ਦੇਸ਼ ਹੈ। ਉੱਥੇ ਨਾ ਮਨ ਹੈ ਨਾ ਇੰਦਰੀਆਂ। ਉੱਥੇ ਰੂਹ ਰੂਪੀ ਇਸਤਰੀਆਂ ਕਿਆ ਸਖੀਆਂ ਪਾਰ ਬ੍ਰਹਮ ਨਾਲ ਝੂਲੇ ਲੈਂਦੀਆਂ ਹਨ। ਸੁਨ ਸ਼ਹਿਰ ਮੇ ਕੁਛ ਦਿਨ ਬਸੀ, ਫਿਰ ਚੜ੍ਹ ਉੱਪਰ ਆਗੇ ਤਸੀ। ਹੁਣ ਸੁਨ ਦੇਸ਼ ਵਿੱਚ ਰਹਿ ਕੇ ਸੁਰਤ ਨੂੰ ਕੁਝ ਚਿਰ ਅਭਿਆਸ ਕਰਨਾ ਪੈਂਦਾ ਹੈ। ਹੁਣ 10ਵਾਂ ਦਵਾਰ ਆ ਗਿਆ। ਉੱਥੇ ਕਿੰਗਰੀ ਦੀ ਧੁਨ ਹੈ। ਰੂਹ ਸਬਲ ਮਾਇਆ ਭਾਵ ਬ੍ਰਹਮ ਦੇ ਦੇਸ਼ ਤੋਂ ਉੱਪਰ ਆ ਗਈ। ਮਨ ਦਾ ਤਾਲੁਕ ਟੁੱਟ ਗਿਆ। ਜਿਹੜੇ ਇੰਦਰੀਆਂ ਵਗੈਰਾ ਹਥਿਆਰ ਨਿਚਲੇ ਦੇਸ਼ਾਂ ਵਿੱਚ ਇਕੱਠੇ ਕੀਤੇ ਸਨ, ਇੱਥੇ ਆ ਕੇ ਛੱਡ ਦਿੱਤੇ। ਜਦ ਇੱਥੇ ਆ ਗਏ ਤਾਂ ਨਾ ਸੂਖਮ ਦੇਸ਼ ਦੇ ਸਮਾਨ ਦੀ ਕੋਈ ਲੋੜ ਹੈ, ਨਾ ਕਾਰਨ ਦੇਸ਼ ਦੇ ਸਮਾਨ ਦੀ ਕੋਈ। ਹੁਣ ਰੂਹ 10ਵੇਂ ਦੁਆਰ ਵਿੱਚ ਆ ਗਈ। ਹੇਠਲੇ ਸਾਰੇ ਸਥਾਨ ਛੱਡ ਦਿੱਤੇ। ਅਦਬੁੱਧ ਧੁਨ ਕਿੰਗਰੀ ਛਾਨੀ। ਇੱਥੇ ਪਹੁੰਚ ਕੇ ਰੂਹ ਨੇ ਕਿੰਗਰੀ ਦੀ ਧੁਨ ਨੂੰ ਪਕੜ ਲਿਆ। ਹੋਰ ਸਭ ਧੁਨਾਂ ਛੱਡ ਦਿੱਤੀਆਂ। ਗੁਰੂ ਅਮਰਦਾਸ ਜੀ ਫਰਮਾਉਂਦੇ ਹਨ, ਇਤ ਕਿੰਗਰੀ ਧਿਆਨ ਨਾ ਲਾਗੈ, ਜੋਗੀ ਨਾ ਸੱਚ ਪਲੇ ਪਾਏ। ਫਿਰ ਕਹਿੰਦੇ ਨੇ, ਐਸੀ ਕਿੰਗਰੀ ਵਜਾਏ ਜੋਗੀ, ਜਿਤ ਕਿੰਗਰੀ ਅਨਹਦ ਵਾਜੈ, ਹਰ ਸਿਉ ਰਹੇ ਲਿਵ ਲਾਏ। ਉਸੇ ਦੇਸ਼ 'ਤੇ ਕਿੰਗਰੀ ਦਾ ਇਸ਼ਾਰਾ ਸਵਾਮੀ ਜੀ ਇੱਕ ਹੋਰ ਜਗ੍ਹਾ ਇੰਜ ਬਿਆਨ ਕਰਦੇ ਹਨ, ਸੁਨਮੇ ਜਾ ਸ਼ਬਦ ਸਮਾਨੀ, ਅਦਬੁੱਧ ਧੁਨ ਕਿੰਗਰੀ ਛਾਨੀ। ਇਸ ਸਥਾਨ ਯਾਨੀ ਸੁਨ ਜਾਂ 10ਵੇਂ ਦੁਆਰ ਵਿੱਚ 6 ਦਲਾਂ ਦਾ ਕਮਲ ਏ। ਇਹਦਾ ਧਨੀ ਪਾਰ ਬ੍ਰਹਮ ਔਰ ਸੂਫੀ ਇਹਨੂੰ ਲਾਹੂਤ ਆਖਦੇ ਹਨ। ਸੁਨ ਸਥਾਨ ਵਿੱਚ ਪਹੁੰਚ ਕੇ ਸੁਰਤ ਵਿਆਕੁਲ ਹੋ ਜਾਂਦੀ ਹੈ ਔਰ ਸਥੂਲ ਸੂਖਮ ਕਾਰਨ ਸਰੀਰ ਵਗੈਰਾ ਸਾਰੇ ਪਰਦੇ ਉਤਾਰ ਕੇ ਇਹ ਨਿਰਮਲ ਹੋ ਜਾਂਦੀ ਹੈ ਅਤੇ ਮਨ ਔਰ ਮਾਇਆ ਦੇ ਜਾਲ ਵਿੱਚੋਂ ਨਿਕਲ ਕੇ ਸਾਰੇ ਰੋਗ ਦੂਰ ਹੋ ਜਾਂਦੇ ਹਨ ਔਰ ਇਹਨੂੰ ਆਪਣੇ ਸਾਰੇ ਹਾਲਾਤ ਦਾ ਪਤਾ ਲੱਗ ਜਾਂਦਾ ਹੈ। ਤਾਂ ਇਹ ਆਪਣੇ ਆਪ ਨੂੰ ਵੇਖ ਕੇ ਕਹਿੰਦੀ ਹੈ ਕਿ ਮੈਂ ਮਾਲਕ ਦੀ ਅੰਸ਼ ਹਾਂ। ਉਸ ਵੇਲੇ ਇਹਦਾ ਆਪਣਾ ਪ੍ਰਕਾਸ਼ 12 ਸੂਰਜ ਦਾ ਹੁੰਦਾ ਹੈ। ਇਹਨਾਂ ਪਰਦਿਆਂ ਦੇ ਉਤਾਰਨ ਦਾ ਨਾਮ ਹੀ ਅਭਿਆਸ ਹੈ। ਮਹਾਸੁਨ ਇੱਕ ਨਗਰ ਅਪਾਰਾ, ਕਹੂੰ ਕਹਾਂ ਅਚਰਜ ਵਿਸਥਾਰਾ। ਹੁਣ ਇਸ ਤੋਂ ਉੱਪਰ ਮਹਾਸੁਨ ਹੈ ਜੋ ਜ਼ੁਲਮਾਤ ਦਾ ਪਰਦਾ ਹੈ। ਇਸ ਦਾ ਵਿਸਥਾਰ ਵੀ ਬੜਾ ਅਦਭੁਤ ਹੈ। ਹੁਣ ਮਹਾਸੁਨ ਪਾਰ ਬ੍ਰਹਮ ਤੋਂ ਉੱਪਰ ਹੈ। ਇਹਦਾ ਲੰਘਣਾ ਅਤੀ ਕਠਨ ਹੈ। ਇੱਥੇ ਤਿਮਰਖੰਡ ਹੈ, ਭਾਵ ਹਨੇਰ ਖਾਤਾ ਹੀ ਹਨੇਰ ਖਾਤਾ ਹੈ। ਹਨੇਰ ਖਾਤਾ ਹੀ ਇੰਨਾ ਕਿ ਬਾਵਜੂਦ ਇਸ ਦੀ ਆਪਣੀ ਰੋਸ਼ਨੀ 12 ਸੂਰਜ ਦੀ ਹੈ, ਮਗਰ ਫਿਰ ਵੀ ਇਹਨੂੰ ਪਾਰ ਨਹੀਂ ਕਰ ਸਕਦੀ। ਇਸ ਹਨੇਰੇ 'ਤੇ ਲੰਘਾਉਣ ਵਾਸਤੇ ਸਤਿਗੁਰ ਨਾਲ ਅੱਗੇ ਹੋ ਕੇ ਚੱਲਦੇ ਹਨ।
क्योंकि ये स्थान अति भयानक है और सतगुर की मदद के बिना ਇਹਦਾ अपना 12 सूरज का प्रकाश भी कुछ काम नहीं दिंदा। ਇੱਥੇ ਅਚੰਭਾ ਇਹ ਹੈ कि रूह गुरु की रोशनी नाल ही पार लंघ सकती है। बावजूद कि रूह इन्नी तरक्की याफ्ता हो चुकी है कि ਇਹਦੀ 12 सूरज की रोशनी अपनी है, फिर भी ਇਹਦੀ ताकत नहीं कि ਇਹਨੂੰ पार कर सके। कोई ਉੱਪਰੋਂ ਨਾਮ ਦਾ ਰਸੀਆ ਆਇਆ ਹੋਵੇ ਔਰ ਉਹ ਇਹਨੂੰ ਲੈ ਜਾਏ ਤਾਂ ਲੈ ਜਾਏ, ਵਰਨਾ ਇਹਦੇ ਆਪਣੇ ਆਪ ਜਾਣ ਦੀ ਕੋਈ ਸੂਰਤ ਨਹੀਂ। ਪਾਰ ਬ੍ਰਹਮ ਵਿੱਚ ਜਾ ਕੇ रूह का अपना प्रकाश 12 सूरज का हो गया, फिर भी महासुन के हनेरे विच ये प्रकाश कुछ नहीं करता। की कहते ने गुरु अंगद देव साहब, जेसो चंदा उगवै सूरज चढ़े हजार, इत्थे चानण हुंदियां गुर बिन घोर अंधार। भाव हिंदू क्या मुसलमान क्या होर कौमां गरजे के सारी दुनिया गुरु की क्यों इज्जत करदी है, क्योंकि वो महासुन के मैदान थी सवाए गुरु दे कोई लंघाउण वाला नहीं। मगर जेकर तुसी एक बार भी गुरु की हमराही विच महासुन के हनेरे चौंक नूं पार करके सचखंड पहुँच जाओ, फिर जद मर्जी ए आओ जद मर्जी ए जाओ। धुन जहाँ चार गुप्त अत चीनी, संत बिना कोई परख ना चीनी। उत्थे चार धुना ਜਿਹੜੀਆਂ कि अति निर्मल कोमल मधुर और सुरीलियां ਹਨ प्रगट हो ਜਾਂਦੀਆਂ ਹਨ। ਉਹਨਾਂ ਨੂੰ ਸਿਵਾਏ ਸੰਤਾਂ ਦੇ ਕੋਈ ਨਹੀਂ ਸੁਣ ਸਕਦਾ। ਇਹਦੇ ਅੰਦਰ ਉਹ ਮਿੱਠੀਆਂ ਔਰ ਪਿਆਰੀ ਤੋਂ ਪਿਆਰੀ ਰਾਗਨੀਆਂ ਆਲਾਪ ਰਹੀਆਂ ਨੇ, ਜਿਨ੍ਹਾਂ ਨੂੰ ਅਗਰ ਅੱਧਾ ਘੰਟਾ ਵੀ ਸੁਣ ਲਓ ਤਾਂ ਤੁਹਾਡਾ ਜੰਮਣਾ ਮਰਨਾ ਮੁੱਕ ਜਾਏ। ਅਗਰ ਉਹਨਾਂ ਨੂੰ ਨਾ ਸੁਣੋ ਤਾਂ ਤੁਹਾਡੇ ਕਿੰਨੇ ਖੋਟੇ ਭਾਗ ਨੇ। ਜਿੰਨੇ ਫਕੀਰ ਕਾਮਲ ਹੋਏ ਹਨ, ਖਵਾ ਹਿੰਦੂ ਖਵਾ ਮੁਸਲਮਾਨ ਖਵਾ ਸਿੱਖ ਖਵਾ ਈਸਾਈ, ਸਾਰਿਆਂ ਨੇ ਮਾਲਕ ਦੇ ਮਿਲਣ ਦਾ ਰਸਤਾ 5 ਸ਼ਬਦ ਦਾ ਬਿਆਨ ਕੀਤਾ ਹੈ। ਭਾਵ ਸਵਾਮੀ ਜੀ, ਦਾਦੂ ਜੀ, ਪਲਟੂ ਜੀ, ਮੌਲਾਨਾ ਰੂਮ, ਸ਼ਮਸ ਤਬਰੇਜ਼, ਭੀਖਾ ਜੀ, ਨਾਭਾ ਜੀ, ਨਾਮਦੇਵ ਜੀ, ਬੇਣੀ ਜੀ, ਮਦਨ ਦਾਸ ਜੀ, ਜਿੰਨੇ ਫਕੀਰ ਮਾਲਕ ਦੇ ਦਰਬਾਰ ਵਿੱਚ ਪਹੁੰਚੇ 5 ਸ਼ਬਦ ਨਾਲ। ਹੁਣ ਤੁਸੀਂ ਵੀ ਦੱਸੋ ਦੁਨੀਆ ਕਿੱਧਰ ਜਾ ਰਹੀ ਹੈ। ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ 5 ਸ਼ਬਦ ਕੀ ਹਨ। ਮੁਸਲਮਾਨ 5 ਸ਼ਬਦਾਂ ਦੀ ਜਗ੍ਹਾ 5 ਨਮਾਜ਼ਾਂ ਪੜ੍ਹ ਲੈਂਦੇ ਹਨ। ਸਿੱਖ 5 ਸ਼ਬਦਾਂ ਦੀ ਜਗ੍ਹਾ 5 ਬਾਣੀਆਂ ਪੜ੍ਹਦੇ ਹਨ। ਉਹ ਲਿਖਣ ਪੜ੍ਹਨ ਨੂੰ ਸ਼ਬਦ ਕਹਿੰਦੇ ਨੇ। ਮੈਂ ਕਹਿੰਦਾ ਹਾਂ ਕੁੱਲ ਦੁਨੀਆ ਉਲਟੇ ਰਾਹੇ ਪਈ ਹੋਈ ਹੈ। ਅੱਛਾ ਜੋ ਮੌਜ, ਇਹਦੇ ਅੰਦਰ ਸੱਚਾ ਨਾਮ ਹੈ, ਖੁਦ ਖੁਦਾ ਹੈ। ਇਹਦੇ ਅੰਦਰ ਕੁੱਲ ਦੁਨੀਆ ਹੈ, ਖੰਡ ਬ੍ਰਹਿਮੰਡ ਹਨ। ਨਾਮ ਨੂੰ ਛੱਡ ਕੇ ਇਹ ਹੋਰ ਕੰਮਾਂ ਵਿੱਚ ਪਿਆ ਹੋਇਆ ਹੈ। ਕਦੇ ਪੁੱਤਰ ਦਾ ਵਿਆਹ ਹੈ, ਵਾਜੇ ਵੱਜਦੇ ਨੇ, ਖੁਸ਼ੀਆਂ ਹੋ ਰਹੀਆਂ ਨੇ, ਆਪੇ ਤੋਂ ਬਾਹਰ ਹੋਇਆ ਹੈ। ਪੁੱਤਰ ਮਰ ਗਿਆ, ਰੋਂਦਾ ਹੈ, ਸਿਰ ਖੋਂਦਾ ਏ। ਇਹ ਖੁਸ਼ੀ ਔਰ ਗਮੀ ਦਾ ਮੈਦਾਨ ਹੈ। ਇਹ ਦਵੰਦ ਰਚਨਾ ਹੈ। ਇਹ ਦੁਨੀਆ ਹੈ, ਉਲਟਾ ਰਾਹ ਹੈ, ਅਸਲ ਸੱਚਾ ਰਾਹ ਨਹੀਂ। ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ तीसरी पातशाही कहते हैं, खिनमै हसे खिनमै रोवै, दूजी दुरमत कारज न होवै। अचंत दीप तहाँ दाए रस्ता, सहज दीप संस पलंग बसता। अचंत दीप दैने पासे है और सहज दीप का घेरा दास पलंग का है। महिमा दीप कहाँ को भारी, संतोख दीप तहाँ बाए संवारी। अब हजूर स्वामी जी महाराज फरमाते ने कि वो देश की महिमा की आखां, बड़ी सुंदर और मनोरंजक है। बाएं पासे संतोख दीप वसदा है। जब तक मन काबू नहीं आता, ना परदा खुलता है, ना रूहानी मंडलों ते जाती है, ना नाम की लज्जत है, ना शांति मिलती है। वड्डी शिकायत जां इस्त्री पुरुष की यह है कि जी मन नहीं लगता, अंदर कुछ नज़र नहीं आता। ये आम शिकायत है। सुनो, जब तक मन दे नाल लड़ाई नहीं करोगे ये अंदर नहीं जाएगा। गुरु अमरदास जी कहते हैं, मन ही नाल झगड़ा मन ही नाल सत। मन नाल लड़ाई लड़ो, जो मन कहता है वो ना दिओ। दुनिया विच मनमत अते गुरमत दो ही राह हैं।
ਜੇਕਰ ਜੋ ਮਨ ਆਖੇ ਉਹ ਦਈਏ ਤਾਂ ਮਨਮਤ ਹੈ। ਜੇਕਰ ਗੁਰੂ ਦੇ ਬਮੂਜਬ ਕਮਾਈ ਕਰ ਲਈਏ ਤਾਂ ਗੁਰਮਤ ਵਿੱਚ ਆ ਗਏ, ਗੁਰਮੁਖ ਹੋ ਗਏ। ਇੱਥੋਂ ਇਹ ਸਤਸੰਗ ਤੇ ਉੱਠ ਕੇ ਸਤਸੰਗ ਨੂੰ ਵਿਚਾਰੇ, ਜਿਹੜੇ ਜਿਹੜੇ ਐਬ ਪਾਪ ਗੁਰੂ ਕਹਿੰਦਾ ਏ ਉਹਨਾਂ ਨੂੰ ਛੱਡ ਦੇ ਔਰ ਉਹਦੇ ਹੁਕਮ ਦੀ ਤਾਮੀਲ ਕਰੇ। ਇਹ ਤੀਸਰੇ ਤਿਲ ਦੋਹਾਂ ਅੱਖਾਂ ਦੇ ਦਰਮਿਆਨ ਨਹੀਂ ਬੈਠਦਾ। ਜਿਸ ਤਰ੍ਹਾਂ ਮਸਤ ਹਾਥੀ ਕਾਬੂ ਨਹੀਂ ਆਉਂਦਾ, ਇਸੀ ਤਰ੍ਹਾਂ ਮਸਤੀ ਵਿੱਚ ਆਇਆ ਹੋਇਆ ਮਨ ਵੀ ਕਾਬੂ ਨਹੀਂ ਆਉਂਦਾ। ਹਾਥੀਵਾਨ ਆਪਣੇ ਹੱਥ ਵਿੱਚ ਅੰਕਸ ਰੱਖਦੇ ਨੇ, ਜਦੋਂ ਟੇਢਾ ਚੱਲਦਾ ਏ ਜਾਂ ਮਸਤੀ ਕਰਦਾ ਏ ਤਾਂ ਉਹਦੇ ਸਿਰ ਵਿੱਚ ਮਾਰ ਕੇ ਉਹਨੂੰ ਸਿੱਧਾ ਕਰ ਲੈਂਦੇ ਨੇ। ਇਸੀ ਤਰ੍ਹਾਂ ਜਿਹੜਾ ਗੁਰੂ ਦਾ ਉਪਦੇਸ਼ ਹੈ ਇਹ ਸਿੱਖ ਦੇ ਮਨ ਦੇ ਵਾਸਤੇ ਅੰਕਸ ਹੈ। ਜੇਕਰ ਇਹ ਗੁਰੂ ਦਾ ਭਰੋਸਾ ਰੱਖ ਕੇ ਬਕਾਇਦਾ ਭਜਨ ਅਭਿਆਸ ਕਰੇ ਤਾਂ ਮਨ ਅੰਦਰ ਬੈਠ ਜਾਂਦਾ ਹੈ। ਮਨ ਚਾਹੇ ਰੋਵੇ ਚਾਹੇ ਪਿੱਟੇ, ਉਹਦਾ ਕਹਿਣਾ ਨਹੀਂ ਮੰਨਣਾ। ਜੇਕਰ ਮਨ ਅੱਜ ਨਾ ਮੰਨਿਆ ਤਾਂ ਕੱਲ੍ਹ ਜ਼ਰੂਰ ਮੰਨ ਜਾਵੇਗਾ। ਕਿਆ ਭਾਵ ਭਜਨ ਵਿੱਚ ਲੱਗ ਜਾਵੇਗਾ। ਗੁਰੂ ਦਾ ਉਪਦੇਸ਼ ਕਹੋ ਜਾਂ ਸ਼ਬਦ, ਜਦ ਸ਼ਬਦ ਦੀ ਕਮਾਈ ਕੀਤੀ ਤਾਂ ਮਨ ਕਾਬੂ ਆ ਗਿਆ। ਤਹਾਂ ਇੱਕ ਝਰਨਾ ਅਜਬ ਰਚਾਨੀ, ਸੁਰਤ ਨਿਰਤ ਮੇ ਗਹੀ ਨਿਸ਼ਾਨੀ। ਕਹਿੰਦੇ ਨੇ ਕਿ ਉੱਥੇ ਇੱਕ ਅਨੋਖਾ ਝਰਨਾ ਹੈ ਜਿਸ ਦੀ ਨਿਸ਼ਾਨੀ ਸੁਰਤ ਔਰ ਨਿਰਤ ਦੀ ਲੱਭਦੀ ਹੈ। ਜਿਸ ਵੇਲੇ ਸੁਰਤ ਉੱਪਰ ਨੂੰ ਚੜ੍ਹਦੀ ਏ ਤਾਂ ਪਹਿਲਾਂ ਚਿੱਤ ਹੁੰਦਾ ਏ ਜਿਹੜਾ ਦੇਖਦਾ ਹੈ ਔਰ ਨਾਲ ਹੀ ਮਨ ਹੁੰਦਾ ਹੈ ਜਿਹੜਾ ਸਵਾਦ ਲੈਂਦਾ ਹੈ। ਓਂਕਾਰ ਦੇ ਦੇਸ਼ ਦੇ ਉੱਤੇ ਚਿੱਤ ਔਰ ਮਨ ਨਹੀਂ, ਇਹ ਓਂਕਾਰ ਵਿੱਚ ਹੀ ਲੀਨ ਹੋ ਜਾਂਦੇ ਹਨ। ਫਿਰ ਸੁਰਤ ਇਕੱਲੀ ਰਹਿ ਜਾਂਦੀ ਹੈ। ਉੱਥੇ ਇਹਦੀਆਂ ਦੋ ਸ਼ਕਤੀਆਂ ਸੁਰਤ ਜਾਨੀ ਮਹਿਸੂਸ ਕਰਨ ਔਰ ਨਿਰਤ ਜਾਨੀ ਦੇਖਣਾ ਹੁੰਦੀਆਂ ਨੇ। 10ਵੇਂ ਦੁਆਰ ਵਿੱਚ ਜਾ ਕੇ ਨਿਰਤ ਪੈਦਾ ਹੁੰਦੀ ਏ ਔਰ ਸਤਿਗੁਰ ਦੀ ਦਇਆ ਦੇ ਬਲ ਨਾਲ ਪ੍ਰੇਮ ਪੈਦਾ ਹੁੰਦਾ ਹੈ। ਫਿਰ ਸੁਰਤ ਬੇਖੌਫ ਹੋ ਜਾਂਦੀ ਏ। ਜਿਸ ਵੇਲੇ ਸੁਰਤ ਦੀ ਇਹ ਅਵਸਥਾ ਹੁੰਦੀ ਏ ਤਾਂ ਸ਼ੁਕਰਾਨਾ ਕਰਦੀ ਏ ਕਿ ਹੇ ਮਾਲਕ ਤੂੰ ਧੰਨ ਹੈ, ਹੇ ਸੁਆਮੀ ਤੂੰ ਤਾਂ ਮੈਨੂੰ ਮਨ ਔਰ ਮਾਇਆ ਦੇ ਮੈਦਾਨ ਵਿੱਚੋਂ ਸੁਰਮਾ ਬਣਾ ਕੇ ਲੰਘਾ ਦਿੱਤਾ। ਅੰਦਰ ਬੜਾ ਸੋਹਣਾ ਸਮਾਨ ਹੈ, ਰੂਹ ਅੰਮ੍ਰਿਤ ਪੀਂਦੀ ਹੈ। ਅੰਦਰ ਬੜੇ ਪ੍ਰੇਮ ਔਰ ਪਿਆਰ ਦੀ ਧੁਨ ਆ ਰਹੀ ਹੈ। ਉਹ ਸ਼ਬਦ ਹੈ, ਉਹਦੇ ਵਿੱਚ ਕਸ਼ਿਸ਼ ਹੈ। ਉਹ ਰੂਹ ਨੂੰ ਖਿੱਚਦਾ ਰਹਿੰਦਾ ਏ ਔਰ ਧੁਰ ਧਾਮ ਪਹੁੰਚਾ ਕੇ ਰੂਹ ਰੂਪੀ ਕਤਰੇ ਨੂੰ ਮਾਲਕ ਰੂਪੀ ਸਮੁੰਦਰ ਵਿੱਚ ਲੀਨ ਕਰ ਦਿੰਦਾ ਹੈ। ਦੇਖ ਨਿਸ਼ਾਨ ਮੱਧ ਕੋ ਧਾਈ, ਭਵਰ ਗੁਫਾ ਕੀ ਗਲੀ ਸਮਾਈ। ਹੁਣ ਸੁਰਤ ਮਹਾਸੁਨ ਨੂੰ ਲੰਘ ਕੇ ਭਵਰ ਗੁਫਾ ਦੀ ਗਲੀ ਵਿੱਚ ਸਮਾ ਗਈ, ਭਾਵ ਪਹੁੰਚ ਗਈ। ਉੱਥੋਂ ਦਾ ਧਨੀ ਸੁਆਮੀ ਸਹੁੰ ਪੁਰਸ਼ ਹੈ। ਇਹਨੂੰ ਸੂਫੀ ਹੂਤ ਲਾਹੂਤ ਕਹਿੰਦੇ ਹਨ। ਅਬ ਸੁਰਤ ਸਹੁੰ ਦੇਸ਼ ਵਿੱਚ ਆ ਗਈ। ਸਹੁੰ ਦੇ ਅਰਥ ਹਨ ਜੋ ਤੂੰ ਹੈ ਸੋ ਮੈਂ ਹਾਂ। ਉਹ ਬੜਾ ਉੱਚਾ ਹੈ। ਕਤਰਾ ਸਮੁੰਦਰ ਨੂੰ ਦੇਖ ਕੇ ਪੁਕਾਰ ਉੱਠਦਾ ਏ ਕਿ ਮੈਂ ਵੀ ਸਮੁੰਦਰ ਦੀ ਜਾਤ ਹਾਂ। ਸਮੁੰਦਰ ਜਲ ਹੈ ਔਰ ਮੈਂ ਵੀ ਜਲ ਹਾਂ, ਮਗਰ ਮੈਂ ਕਤਰਾ ਹਾਂ ਨਿੱਕਾ ਜਿਹਾ ਔਰ ਤੂੰ ਅਥਾਹ ਹੈ, ਸਮੁੰਦਰ ਹੈ। ਫਿਰ ਇਹ ਉਹਦੇ ਨਾਲ ਮਿਲਣ ਦੀ ਕੋਸ਼ਿਸ਼ ਕਰਦਾ ਹੈ। ਜਦ ਸੱਚਖੰਡ ਵਿੱਚ ਜਾਂਦਾ ਹੈ ਤਾਂ ਸਮੁੰਦਰ ਨਾਲ ਮਿਲ ਕੇ ਸਮੁੰਦਰ ਹੋ ਜਾਂਦਾ ਹੈ। ਤਿਸ ਆਗੇ ਮੈਦਾਨ ਦਿਖਾਣਾ, ਸਤ ਲੋਕ ਜਹਾਂ ਪੁਰਸ਼ ਪੁਰਾਣਾ। ਹੁਣ ਰੂਹ ਭਵਰ ਗੁਫਾ ਤੋਂ ਅੱਗੇ ਸੱਚਖੰਡ ਜਾਂ ਸਤਲੋਕ ਹੈ। ਹੁਣ ਸੁਰਤ ਤਰਲੋਕੀ ਨੂੰ ਛੱਡ ਕੇ ਚੌਥੇ ਲੋਕ ਵਿੱਚ ਆ ਗਈ। ਮੁਸਲਮਾਨ ਫਕੀਰ ਇਹਨੂੰ ਮੁਕਾਮੇ ਹੱਕ ਕਹਿੰਦੇ ਹਨ। ਕਹਿੰਦੇ ਨੇ ਕਿ ਉੱਥੋਂ ਦਾ ਕੋਈ ਇਸ਼ਾਰਾ, ਫਿਰ ਆਪ ਹੀ ਜਵਾਬ ਦਿੰਦੇ ਨੇ ਕਿ ਉੱਥੇ ਬੀਨ ਦੀ ਧੁਨ ਹੋ ਰਹੀ ਹੈ। ਇਹੋ ਨਾਮਦੇਵ ਜੀ ਕਹਿੰਦੇ ਹਨ, ਅਖੰਡ ਮੰਡਲ ਨਿਰੰਕਾਰ ਮੈਂ ਅਨਹਦ ਬੀਨ ਬਜਾਵੋਗੇ, ਬੈਰਾਗੀ ਰਾਮ ਗਾਵੋਗੇ। ਗੁਰੂ ਅਰਜਨ ਸਾਹਿਬ ਵੀ ਕਹਿ ਰਹੇ ਹਨ, ਰਹੰਤ ਜਨਮ ਹਰ ਦਰਸ ਲੀਣਾ, ਬਾਜੰਤ ਨਾਨਕ ਸ਼ਬਦ ਬੀਣਾ। ਫਕੀਰ ਨੇ ਸਮਝਾਉਣਾ ਏ, ਮਗਰ ਕਿਹਦੇ ਨਾਲ ਸਮਝਾਉਣ? ਉਹਦਾ ਨਮੂਨਾ ਇੱਥੇ ਕੋਈ ਹੈ ਨਹੀਂ, ਸਿਰਫ ਬੀਨ ਦੀ ਧੁਨ ਦਾ ਇਸ਼ਾਰਾ ਦਿੱਤਾ ਹੈ। ਸੱਚਖੰਡ ਜਾਂ ਸਤਲੁਕ ਵਿੱਚ ਪਹੁੰਚ ਕੇ ਸੁਰਤ ਨੂੰ ਇੰਨੀ ਤਾਕਤ ਹੋ ਜਾਂਦੀ ਹੈ ਕਿ ਜਿਸ ਵਕਤ ਚਾਹੇ ਅੰਦਰ ਜਾਂ ਬਾਹਰ ਆ ਜਾ ਸਕਦੀ ਹੈ। ਸੱਚਖੰਡ ਲਫਾਨੀ ਦੇਸ਼ ਹੈ। ਇਸੀ ਨੂੰ
ਮੁਕਾਮੇ ਹੱਕ ਜਾਂ ਸਤਲੋਕ ਵੀ ਕਿਹਾ ਹੈ। ਜਿਹੜਾ ਸਤਲੋਕ ਔਰ ਹੋਰ ਸਥਾਨ ਹਨ ਉਹ ਇਸ ਸਥੂਲ ਸਰੀਰ ਵਿੱਚ ਨਹੀਂ, ਮਗਰ ਜਦ ਮਿਲਣਗੇ ਤਾਂ ਇਹਨੂੰ ਅੰਦਰ ਹੀ ਮਿਲਣਗੇ। ਇਹਦੇ ਅੰਦਰ ਹੀ ਮਾਲਕ ਦੇ ਮਿਲਣ ਦੀ ਰਾਹ ਹੈ। ਇਸ ਵਾਸਤੇ ਸਾਰੇ ਸੰਤ ਕਹਿੰਦੇ ਨੇ ਕਿ ਜੋ ਕੁਛ ਵੀ ਹੈ ਅੰਦਰ ਹੈ, ਜੋ ਕੁਛ ਵੀ ਮਿਲੇਗਾ ਅੰਦਰ ਹੀ ਮਿਲੇਗਾ। ਸਤਿਗੁਰ ਜਦ ਨਾਮ ਦਿੰਦੇ ਹਨ ਤਾਂ ਸਿੱਖ ਨੂੰ ਸੱਚਖੰਡ ਜਾਂ ਸਤਲੋਕ ਵਿੱਚ ਪਹੁੰਚਾਉਣ ਦੇ ਜ਼ਿੰਮੇਵਾਰ ਬਣਦੇ ਹਨ ਔਰ ਉੱਥੇ ਪਹੁੰਚਾ ਕੇ ਹੀ ਛੱਡਦੇ ਹਨ। 4 ਜਨਮਾਂ ਤੋਂ ਵੱਧ ਜਨਮ ਨਹੀਂ ਦਿੰਦੇ ਔਰ ਪਹੁੰਚਾਉਂਦੇ ਨੇ ਅਤੇ ਜ਼ਰੂਰ ਪਹੁੰਚਾਉਂਦੇ ਨੇ। ਨਿਜ ਪਦ ਪਾਏ ਪੁਰਸ਼ ਸੇ ਮਿਲੀ, ਦੇਖ ਗਲੀ ਆਗੇ ਫਿਰ ਚਲੀ। ਹੁਣ ਸੁਰਤ ਆਪਣੇ ਨਿਜ ਭਾਵ ਆਪਣੇ ਉਤਪੰਨ ਹੋਣ ਦੀ ਥਾਂ ਇਉਂ ਕਹਿ ਦਿਓ ਕਿ ਜਿੱਥੋਂ ਆਈ ਸੀ ਉੱਥੇ ਪਹੁੰਚ ਗਈ। ਉੱਥੋਂ ਦੇ ਸੁਆਮੀ ਨੂੰ ਮਿਲੀ, ਦਰਸ਼ਨ ਕੀਤੇ ਔਰ ਅੱਗੇ ਹੋਰ ਉੱਪਰ ਨੂੰ ਤੁਰ ਪਈ। ਇੱਥੋਂ ਦੇ ਸੁਆਮੀ ਨੂੰ ਸਤਿਪੁਰਸ਼ ਕਹਿੰਦੇ ਨੇ ਔਰ ਇਸ ਦੇਸ਼ ਨੂੰ ਸੂਫੀ ਹੂਤ ਕਹਿੰਦੇ ਹਨ। ਇੱਥੋਂ ਦੀ ਅੱਗੇ 3 ਸਥਾਨ ਹੋਰ ਵੀ ਹਨ ਜਿਨ੍ਹਾਂ ਦਾ ਵਰਣਨ ਵਿਸਥਾਰਪੂਰਵਕ ਨਹੀਂ ਕੀਤਾ ਗਿਆ। ਕੇਵਲ ਤੁਲਸੀ ਸਾਹਿਬ ਔਰ ਕਬੀਰ ਸਾਹਿਬ ਦੀ ਬਾਣੀ ਜਾਂ ਕੁਝ ਥੋੜ੍ਹੇ ਜਿਹੇ ਹੋਰ ਸੰਤਾਂ ਦੀ ਬਾਣੀ ਵਿੱਚ ਗੁਪਤ ਰੀਤੀ ਨਾਲ ਪ੍ਰਗਟ ਕਰਕੇ ਦਰਸਾਇਆ ਗਿਆ ਹੈ। ਹੁਣ ਰੂਹ ਲਫਾਨੀ ਦੇਸ਼ ਵਿੱਚ ਆ ਗਈ। ਓਮ ਤੱਕ ਪਰਲੋ ਹੈ, ਸਹੁੰ ਤੱਕ ਮਹਾਂਪਰਲੋ ਹੈ। ਸਤਲੋਕ ਨੂੰ ਮੁਸਲਮਾਨ ਮੁਕਾਮੇ ਹੱਕ ਕਹਿੰਦੇ ਹਨ। ਉਹ ਲਫਾਨੀ ਦੇਸ਼ ਹੈ, ਉਹਨੂੰ ਨਾ ਪਰਲੋ ਨਾ ਮਹਾਂਪਰਲੋ ਕੋਈ ਨਸ਼ਟ ਨਹੀਂ ਕਰ ਸਕਦਾ। ਜਦ ਤੱਕ ਇਹ ਇਸ ਦੇਸ਼ ਨਾ ਪਹੁੰਚੇ ਜਨਮ ਮਰਨ ਨਹੀਂ ਮੁੱਕਦਾ। ਨੀਚੇ ਦੇਸ਼ਾਂ ਦਾ ਭੋਗ ਲੱਖਾਂ ਕਰੋੜਾਂ ਸਾਲਾਂ ਦੇ ਹਨ। ਜਦ ਪਰਲੋ ਜਾਂ ਮਹਾਂਪਰਲੋ ਆਵੇਗੀ ਇਹ ਨਿਚਲੇ ਦੇਸ਼ਾਂ ਦੇ ਜੀਵ ਜਨਮ ਮਰਨ ਦੇ ਚੱਕਰ ਵਿੱਚ ਝੋਕੇ ਖਾਣਗੇ। ਇਸ ਕਰਕੇ ਸੰਤ ਮਹਾਤਮਾ ਸਤਲੋਕ ਦਾ ਇਸ਼ਟ ਬਣਾਉਂਦੇ ਹਨ। ਸੱਚਖੰਡ ਦੀ ਧੁਨ ਕਰੋੜਾਂ ਖੰਡਾਂ ਬ੍ਰਹਿਮੰਡਾਂ ਨੂੰ ਲਈ ਖੜੀ ਹੈ। ਬੇਸ਼ੁਮਾਰ ਤ੍ਰਿਲੋਕੀਆਂ ਨੂੰ ਉਸ ਤੋਂ ਤਾਕਤ ਔਰ ਬਲ ਲੈ ਰਹੀਆਂ ਹਨ। ਮਹਾਤਮਾ ਇਸ ਦੇਸ਼ ਦਾ ਕੋਈ ਨਮੂਨਾ ਨਹੀਂ ਦੇ ਸਕਦੇ, ਫਿਰ ਵੀ ਜਿਹੜੇ ਇਸ ਰਾਹ ਧੁਰ ਧਾਮ ਗਏ ਆਪਣੀ ਰੂਹਾਨੀ ਸਫ਼ਰ ਦੇ ਨਿਸ਼ਾਨ ਦਿੰਦੇ ਚਲੇ ਗਏ ਔਰ ਉਹਨਾਂ ਦੇ ਰਾਹ ਦੇ ਬਿਆਨ ਇੱਕੋ ਜਿਹੇ ਹਨ। ਅਲਖ ਲੋਕ ਮੇਂ ਕੀਆ ਬਸੇਰਾ, ਅਗਮ ਲੋਕ ਜਾਏ ਡਾਲਾ ਡੇਰਾ। ਕਹਿੰਦੇ ਹਨ ਇਸ ਤੋਂ ਅੱਗੇ ਸੁਰਤ ਨੇ ਅਲਖ ਲੋਕ ਵਿੱਚ ਵਿਸ਼ਰਾਮ ਕੀਤਾ, ਫਿਰ ਅਗਮ ਲੋਕ ਜਾ ਕੇ ਆਪਣਾ ਡੇਰਾ ਲਾਇਆ। ਸ਼੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਫਰਮਾਉਂਦੇ ਹਨ, ਤੂੰ ਅਕਾਲ ਪੁਰਖ ਨਾਹੀਂ ਸਿਰ ਕਾਲਾ, ਤੂੰ ਪੁਰਖ ਅਲੇਖ ਅੰਗਮ ਨਿਰਾਲਾ। ਕਿ ਐ ਸਤਲੋਕ ਦੇ ਮਾਲਕ ਸਤਨਾਮ, ਤੂੰ ਅਕਾਲ ਹੈ, ਤੇਰੇ ਸਿਰ 'ਤੇ ਕਾਲ ਨਹੀਂ। ਤੂੰ ਹੀ ਪੁਰਖ ਅਲੇਖ ਭਾਵ ਅਕਾਲ ਪੁਰਖ ਹੈ, ਤੂੰ ਹੀ ਅਗਮ ਪੁਰਖ ਹੈ, ਤੂੰ ਹੀ ਨਿਰਾਲਾ ਹੈ। ਸੱਚਖੰਡ ਦੇ ਉੱਤੇ ਅਲਖ ਔਰ ਅਗਮ ਗੁਪਤ ਸਥਾਨ ਜਾਂ ਲੋਕ ਹਨ। ਇਹਨਾਂ ਵਿੱਚ ਕੇਵਲ ਇੰਨਾ ਫਰਕ ਹੈ ਕਿ ਜਿਵੇਂ ਘਿਓ ਦੇ ਬਰਤਨ ਵਿੱਚ ਉੱਪਰ ਦਾ ਘਿਓ ਤਾਕਤਵਰ ਔਰ ਨੀਚੇ ਦਾ ਜ਼ਰਾ ਕਮ, ਮਗਰ ਹੈ ਤਾਂ ਸਾਰਾ ਹੀ ਘਿਓ। ਇਸ ਤਰ੍ਹਾਂ ਸੁਰਤ ਸ਼ਬਦ ਦੇ ਦੇਸ਼ ਹਨ। ਕੇਵਲ ਪ੍ਰਕਾਸ਼, ਨਿਰਮਲਤਾ ਔਰ ਸ਼ਬਦ ਦਾ ਭੇਦ ਹੈ। ਇਹ ਅਲਖ ਔਰ ਅਗੰਮ ਦੇ ਦੇਸ਼ ਮਹਾਂ ਪ੍ਰਕਾਸ਼ਵਨ ਔਰ ਨਿਰਮਲ ਹਨ। ਸ਼ੋਭਾ ਵਹਾਂ ਕੀ ਕਿਆ ਕਹਿ ਗਾਊਂ, ਅਰਬ ਖਰਬ ਸੀਸ ਸੂਰ ਲਜਾਊਂ। ਅਬ ਸਵਾਮੀ ਜੀ ਮਹਾਰਾਜ ਫਰਮਾਉਂਦੇ ਨੇ ਕਿ ਉੱਥੋਂ ਦੀ ਸ਼ੋਭਾ ਬਿਆਨ ਤੋਂ ਬਾਹਰ ਹੈ। ਇਸ ਦੁਨੀਆ ਵਿੱਚ ਕੋਈ ਲਫ਼ਜ਼ ਨਹੀਂ ਜਿਹਦੇ ਨਾਲ ਉਹਦੀ ਤਸਵੀਰ ਖਿੱਚੀ ਜਾ ਸਕੇ, ਜਿਸ ਨਾਲ ਉਸ ਪਦ ਦੀ ਗਤੀ ਕਹੀ ਜਾਏ, ਜਿਹਦੇ ਇੱਕ ਰੂਮ ਦਾ ਮੁਕਾਬਲਾ ਕਰੋੜ ਸੂਰਜ ਕਰੋੜ ਚੰਦਰਮਾ ਨਹੀਂ ਕਰ ਸਕਦੇ। ਮੈਂ ਕੀ ਕਹਾਂ। ਗੁਰੂ ਅਰਜਨ ਦੇਵ ਜੀ ਸਾਹਿਬ ਕਹਿੰਦੇ ਹਨ, ਨਾਮ ਜਪਤ ਕੋਟ ਸੂਰ ਉਜਾਰਾ, ਬਿਨਸੈ ਭਰਮ ਅੰਧੇਰਾ। ਕਿ ਕਦੇ ਦੀ ਗੱਲ ਹੋਵੇ ਤਾਂ ਕਹੀਏ ਉੱਥੇ ਤਾਂ ਸੂਰਜ ਚੰਦਰਮਾ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ। ਉਹ ਦੇਸ਼ ਹੀ ਸ਼ੋਭਾ ਅੱਗੇ ਅਰਬ ਖਰਬ ਸੂਰਜ ਚੰਦਰਮਾ ਲਿਜਾਉਂਦੇ ਹਨ। ਜੇਕਰ ਅਰਬ ਖਰਬ ਸੂਰਜ ਚੰਦਰਮਾ ਦੀ ਰੋਸ਼ਨੀ ਇਕੱਠੀ ਕਰੀਏ ਤਾਂ ਉਹਦੇ ਕਵਾਲ ਦੀ ਬਰਾਬਰੀ ਨਹੀਂ ਕਰ ਸਕਦੀ। ਫਿਰ ਉਹਦੀ ਮਿਸਾਲ ਕੀ ਦਈਏ। ਅਬ ਅਨਾਮ ਜਹਾਂ ਰੂਪ ਨਾ ਨਾਮਾ, ਸੰਤ ਕਰੇ ਜਾਏ ਵਹਾਂ ਬਿਸਰਾਮਾ। ਹੁਣ ਕਹਿੰਦੇ ਹਨ
ਕਿ ਉਹ ਨਾਮ ਹੈ, ਉਹਦਾ ਕੋਈ ਰੂਪ ਔਰ ਨਾਮ ਨਹੀਂ। ਸੰਤ ਉੱਥੇ ਪਹੁੰਚ ਕੇ ਵਿਸ਼ਰਾਮ ਕਰਦੇ ਨੇ। ਉੱਥੋਂ ਦੀ ਮਹਿਮਾ, ਉੱਥੋਂ ਦੀ ਸੁੰਦਰਤਾ ਕੀ ਬਿਆਨ ਕੀਤੀ ਜਾਏ। ਉੱਥੇ ਜਾ ਕੇ ਸੁਰਤ ਮਾਲਕ ਨਾਲ ਮਿਲ ਕੇ ਇੱਕ ਰੰਗ ਹੋ ਜਾਂਦੀ ਹੈ। ਕਤਰਾ ਅਥਾਹ ਜਲ ਨਾਲ ਮਿਲ ਕੇ ਸਮੁੰਦਰ ਹੋ ਜਾਂਦਾ ਹੈ। ਇਹ ਜਿਹੜਾ ਅਖੀਰੀ ਮੁਕਾਮ ਹੈ, ਇੱਥੇ ਕੋਈ ਵਿਰਲਾ ਹੀ ਪਹੁੰਚਦਾ ਹੈ। ਇਹਦਾ ਇਹ ਮਤਲਬ ਨਹੀਂ ਕਿ ਇੱਥੇ ਕੋਈ ਪਹੁੰਚਿਆ ਹੀ ਨਹੀਂ। ਜਿਸ ਤਰ੍ਹਾਂ ਲੋਕ ਕਹਿੰਦੇ ਨੇ ਕਿ ਹਿਮਾਲਿਆ ਦੀ ਚੋਟੀ 'ਤੇ ਕੋਈ ਨਹੀਂ ਪਹੁੰਚਿਆ, ਨਹੀਂ, ਵਿਰਲੇ ਵਿਰਲੇ ਪਹੁੰਚੇ ਨੇ। ਇਸ ਤਰ੍ਹਾਂ ਇੱਥੇ ਵੀ ਪਹੁੰਚੇ ਨੇ, ਮਗਰ ਕਹਿਣ ਦੀ ਬਾਤ ਨਹੀਂ। ਜੋ ਮੁਕਤੀ ਦਾ ਰਾਹ ਹੋਰ ਸੰਤਾਂ ਨੇ ਕਿਹਾ ਏ, ਉਹ ਸਵਾਮੀ ਜੀ ਕਹਿ ਰਹੇ ਨੇ। ਉਹ ਮਜ਼ਹਬੇ ਇਸਲਾਮ ਦੇ ਫਕੀਰ ਕਹਿੰਦੇ ਨੇ, ਕਿਉਂਕਿ ਸੱਚਾ ਰਸਤਾ ਕੁੱਲ ਆਲਮ ਦਾ ਇੱਕੋ ਹੀ ਹੈ। ਮੈਂ ਇਹ ਕਹਾਂਗਾ ਕਿ ਸਾਨੂੰ ਮਨੁੱਖ ਜਨਮ ਭਾਗਾਂ ਨਾਲ ਮਿਲਿਆ ਹੈ। ਸਾਨੂੰ ਨਾਮ ਦੀ ਕਮਾਈ ਕਰਨੀ ਚਾਹੀਦੀ ਹੈ। ਇਹੋ ਗ੍ਰੰਥ ਸਾਹਿਬ ਕਹਿੰਦਾ ਹੈ, ਇਹੋ ਸਵਾਮੀ ਜੀ ਕਹਿ ਰਹੇ ਹਨ। ਬਾਜੇ ਕਹਿੰਦੇ ਨੇ ਕਿ ਅਸੀਂ ਗ੍ਰੰਥ ਸਾਹਿਬ ਦੀ ਬਾਣੀ ਸੁਣਾਂਗੇ, ਸਵਾਮੀ ਜੀ ਦੀ ਨਹੀਂ ਸੁਣਾਂਗੇ। ਨਹੀਂ, ਸਾਨੂੰ ਸਭ ਨਾਲ ਪਿਆਰ ਕਰਨਾ ਚਾਹੀਦਾ ਹੈ। ਸ਼੍ਰੀ ਗੁਰੂ ਨਾਨਕ ਸਾਹਿਬ ਦੀ ਤਾਲੀਮ ਕੁੱਲ ਆਲਮ ਨੂੰ ਹੈ। ਭਾਵ ਉਹ ਕਾਬੇ ਨੂੰ ਨਹੀਂ ਗਏ, ਜਗਨਨਾਥ ਨਹੀਂ ਗਏ, ਲੰਕਾ ਨਹੀਂ ਗਏ। ਇਹੋ ਹਾਲ ਹੋਰਨਾਂ ਸੰਤਾਂ ਦਾ ਹੈ। ਇਸ ਵਾਸਤੇ ਸਾਨੂੰ ਹਰ ਇੱਕ ਕੌਮ ਦੇ ਮਹਾਤਮਾ ਨਾਲ ਪਿਆਰ ਕਰਨਾ ਚਾਹੀਦਾ ਹੈ। ਸੁਰਤ ਚੇਤ ਪਾਇਆ ਬਿਸਮਾਦ, ਨਾਹੀ ਜਹਾਂ ਬਾਣੀ ਨਹੀਂ ਜਹਾਂ ਨਾਦ। ਸੋ ਉੱਥੇ ਕਤਰਾ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਬਣ ਜਾਂਦਾ ਹੈ। ਉਸ ਵੇਲੇ ਕੌਣ ਕਹਿ ਸਕਦਾ ਹੈ ਕਿ ਕਤਰਾ ਔਰ ਸਮੁੰਦਰ ਦੋ ਹਨ? ਉਹ ਆਪਣੀ ਕੁੱਲ ਜਾਤ ਵਿੱਚ ਜਾ ਮਿਲਿਆ। ਸੱਚ ਤਾਂ ਇਹ ਹੈ ਕਿ ਸੁਰਤ ਸਾਰੇ ਕਰਮਾਂ ਨੂੰ ਕੱਟ ਕੇ ਜਿਸਮਾਨੀ ਪਰਦਿਆਂ ਤੋਂ ਨਿਕਲ ਗਈ ਤਾਂ ਸਤਿਪੁਰਸ਼ ਦੇ ਦਰਬਾਰ ਵਿੱਚ ਪਹੁੰਚਦੀ ਹੈ। ਅਸੀਂ ਨਹੀਂ ਜਾਣ ਸਕਦੇ ਕਿ ਉਹ ਮਾਲਕ ਕਿੰਨੀ ਕਸ਼ਿਸ਼ ਨਾਲ ਆਪਣੀ ਤਰਫ ਬੁਲਾਉਂਦਾ ਏ ਔਰ ਕਿਸ ਤਰ੍ਹਾਂ ਪ੍ਰਾਰਲਬਧ ਕਰਨਵਾਂ ਨਾਲ ਜਾਲ ਤੋੜਦਾ ਏ। ਜਦ ਪ੍ਰੇਮ ਆਉਂਦਾ ਏ ਤਾਂ ਸੁਰਤ ਮਾਲਕ ਨੂੰ ਮਿਲਣਾ ਚਾਹੁੰਦੀ ਹੈ। ਫਿਰ ਇਹ ਸ਼ਬਦ ਨੂੰ ਪਕੜਦੀ ਹੈ ਔਰ ਸ਼ਬਦ ਰੂਪ ਹੋ ਜਾਂਦੀ ਹੈ। ਜਿਸ ਤਰ੍ਹਾਂ ਹਰ ਇੱਕ ਬੂੰਦ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਬਣ ਜਾਂਦੀ ਹੈ, ਇਸੇ ਤਰ੍ਹਾਂ ਜਿਉਂ-ਜਿਉਂ ਪ੍ਰੇਮ ਪ੍ਰੀਤ ਔਰ ਬਾਉ ਵੱਧਦਾ ਏ, ਤਿਉਂ-ਤਿਉਂ ਸੁਰਤ ਉੱਤੋਂ ਜੋਤੀਵਾਨ ਪਹਾੜ ਕੇ ਕੋਲ ਪਹੁੰਚਦੀ ਹੈ। ਉਸ ਪ੍ਰਕਾਸ਼ ਦੇ ਸਮਾਨ ਉਸ ਦੇਸ਼ ਵਿੱਚ ਕਿਤੇ ਪ੍ਰਕਾਸ਼ ਹੈ ਨਹੀਂ। ਉਹ ਦੇਸ਼ 3 ਗੁਣਾ ਤੋਂ ਪਾਰ ਹੈ। ਉਸ ਦੇਸ਼ ਵਿੱਚ ਇਸ ਦੇਸ਼ ਵਰਗਾ ਕੋਈ ਨਮੂਨਾ ਹੈ ਹੀ ਨਹੀਂ। ਆਦ ਨਾ ਅੰਤ ਅਨੰਤ ਅਪਾਰ, ਸੰਤਨ ਕਾ ਵੈ ਨਿਜ ਦਰਬਾਰ। ਇਹਦਾ ਨਾ ਆਦ ਹੈ ਨਾ ਅੰਤ, ਇਹ ਅਪਾਰ ਏ ਔਰ ਸੁਰਤ ਜਾਂ ਰੂਹ ਦਾ ਨਿਜ ਸਥਾਨ ਏ। ਇਹਨੂੰ ਅਨਾਮੀ ਔਰ ਰਾਧਾ ਸੁਆਮੀ ਵੀ ਕਹਿੰਦੇ ਹਨ। ਇਸ ਧਾਮ 'ਤੇ ਜਿਹੜੀਆਂ ਰੂਹਾਂ ਪਹੁੰਚਦੀਆਂ ਹਨ ਉਹਨਾਂ ਨੂੰ ਪਰਮ ਸੰਤ ਕਹਿੰਦੇ ਹਨ। ਇੱਥੋਂ ਨਾਦ ਜਾਂ ਮੌਜ ਉਤਪੰਨ ਹੋ ਕੇ ਸ਼ਬਦ ਦੀ ਸ਼ਕਲ ਵਿੱਚ ਹੇਠਾਂ ਉਤਰਦੀ ਹੈ। ਸਵਾਮੀ ਸਵਾਮੀ ਤਾਂ ਇਹਨੂੰ ਹਰ ਇੱਕ ਮਹਾਤਮਾ ਨੇ ਕਿਹਾ ਹੈ। ਜੈਸਾ ਕਿ ਗੁਰੂ ਅਰਜਨ ਸਾਹਿਬ ਕਹਿੰਦੇ ਹਨ, ਊਚ ਅਪਾਰ ਬੇਅੰਤ ਸਵਾਮੀ। ਹਜੂਰ ਸਵਾਮੀ ਜੀ ਮਹਾਰਾਜ ਨੇ ਰਾਧਾ ਦਾ ਲਫ਼ਜ਼ ਹੋਰ ਨਾਲ ਲਾ ਦਿੱਤਾ, ਭਾਵ ਰਾਧਾ ਸੁਆਮੀ। ਮਗਰ ਲਫ਼ਜ਼ਾਂ ਵੱਲ ਨਹੀਂ ਜਾਣਾ ਚਾਹੀਦਾ। ਸ਼੍ਰੀ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ, ਤੂੰ ਅਕਾਲ ਪੁਰਖ ਨਾਹੀ ਸਿਰ ਕਾਲਾ, ਤੂੰ ਪੁਰਖ ਅਲੇਖ ਅਗੰਮ ਨਿਰਾਲਾ। ਕਿ ਐ ਸਤਲੁਕ ਦੇ ਮਾਲਕ ਸਤਨਾਮ, ਤੂੰ ਅਕਾਲ ਹੈ, ਤੇਰੇ ਸਿਰ 'ਤੇ ਕਾਲ ਨਹੀਂ। ਤੂੰ ਹੀ ਪੁਰਖ ਅਲੇਖ, ਕਿਆ ਅਲੱਖ ਪੁਰਸ਼ ਹੈ। ਤੂੰ ਹੀ ਅਗੰਮ ਪੁਰਸ਼ ਹੈ, ਤੂੰ ਹੀ ਨਿਰਾਲਾ ਹੈ। ਸੰਤ ਸਭੀ ਵਾ ਘਰ में ਆਵੇਂ, ਕਾਲ ਦੇਸ਼ ਸੇ ਜੀਵ ਚਿਤਾਵੇ। ਅਬ ਸਵਾਮੀ ਜੀ ਮਹਾਰਾਜ ਫਰਮਾਉਂਦੇ ਨੇ ਕਿ ਸੰਤ ਧੁਰ ਦਰਗਾਹੋਂ ਆਉਂਦੇ ਨੇ ਔਰ ਇਹ ਹੱਗਣ ਮੂਤਣ ਵਾਲਾ 5 ਤੱਤਾਂ ਦਾ ਚੋਲਾ ਧਾਰ ਕੇ ਇਸ ਕਾਲ ਦੇ ਦੇਸ਼ ਵਿੱਚ ਆ ਕੇ ਜੀਵਾਂ ਨੂੰ ਚਿਤਾਉਂਦੇ ਨੇ। ਉਹ ਪਰਉਪਕਾਰੀ ਸੰਤ ਜੀਵਾਂ ਨੂੰ ਤੜਫਦੇ ਵੇਖ ਕੇ ਉਹਨਾਂ 'ਤੇ ਦਇਆ ਕਰਦੇ ਨੇ, ਭਾਵ ਉਹਨਾਂ ਨੂੰ ਸੁਰਤ ਸ਼ਬਦ ਦਾ ਭੇਦ ਦੇ ਕੇ ਕਮਾਈ ਕਰਾ ਕੇ ਵਾਹਿਗੁਰੂ ਦੀ ਦਰਗਾਹ ਵਿੱਚ ਲੈ ਜਾਂਦੇ ਨੇ। ਜਿਹੜਾ ਇਹ ਸ਼ਬਦ ਜਾਂ ਅਨਹਦ ਨਾਦ ਦਾ ਮਾਰਗ ਹੈ, ਇਹ ਸਿੱਧੀ ਜਰਨੈਲੀ ਸੜਕ ਏ। ਇਹ ਬੜਾ ਅਜੀਬ ਮਿੱਠਾ ਔਰ ਸੱਚਾ ਰਸਤਾ ਏ। ਬਾਕੀ ਸਾਰੇ ਰਸਤੇ ਝੂਠੇ ਔਰ ਫਨਾਹ ਹਨ। ਮਹਾਤਮਾ ਕਦੀ ਨਹੀਂ ਕਹਿੰਦਾ ਕਿ ਮੈਂ ਮਹਾਤਮਾ ਹਾਂ। ਜਦ ਅਸੀਂ ਉਸ ਨੂੰ ਪੁੱਛਦੇ ਹਾਂ ਕਿ ਤੂੰ ਸਤਿਗੁਰੂ ਹੈ ਤਾਂ ਉਹ ਕਹਿੰਦਾ ਏ, ਨਹੀਂ, ਮੈਂ ਸਤਿਗੁਰੂ ਨਹੀਂ, ਤੁਸੀਂ ਮੈਨੂੰ ਦੋਸਤ ਸਮਝ ਲਓ। ਜਦ ਤੁਹਾਡੀਆਂ ਅੰਦਰਲੀਆਂ ਅੱਖਾਂ ਖੁੱਲ੍ਹਣਗੀਆਂ ਤਾਂ ਜੋ ਮਰਜ਼ੀ ਕਹਿ ਲੈਣਾ। ਇਹੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਨੇ, ਮੈਂ ਹੂੰ ਪਰਮ ਪੁਰਖ ਕੋ ਦਾਸਾ।
ਇਸੀ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਵੀ ਕਿਤੇ ਨਹੀਂ ਆਖਿਆ ਕਿ ਮੈਂ ਗੁਰੂ ਹਾਂ। ਜੈਸਾ ਕਿ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਅਬ ਮਾਲਕ ਨੂੰ ਮਿਲਣਾ ਏ, ਔਰ ਮਾਲਕ ਨੂੰ ਮਿਲਣ ਵਾਸਤੇ ਕਿਸੇ ਪਹੁੰਚੇ ਹੋਏ ਮਹਾਤਮਾ ਦੀ ਜ਼ਰੂਰਤ ਹੈ। ਜਿਹੜਾ ਮਹਾਤਮਾ ਆਪ ਰੂਹਾਨੀ ਮੰਜ਼ਲਾਂ 'ਤੇ ਜਾਂਦਾ ਹੈ ਉਹੀ ਸਾਨੂੰ ਲੈ ਜਾ ਸਕਦਾ ਹੈ। ਜਿਹੜਾ ਆਪ ਅੰਦਰ ਨਹੀਂ ਗਿਆ ਉਹ ਸਾਨੂੰ ਕਿਸ ਤਰ੍ਹਾਂ ਲੈ ਜਾ ਸਕਦਾ ਹੈ। ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਹਨ, ਅੰਧੇ ਕੇ ਰਾਹ ਦਸੀਏ, ਅੰਧਾ ਹੋਏ ਸੋ ਜਾਏ, ਹੋਏ ਸੁਜਾਖਾ ਨਾਨਕਾ, ਸੋ ਕਿਉ ਊਜੜ ਪਾਏ। ਇਸ ਵਾਸਤੇ ਸਾਨੂੰ ਕੋਈ ਨਾ ਕੋਈ ਮਹਾਤਮਾ ਤਲਾਸ਼ ਕਰਨਾ ਚਾਹੀਦਾ ਹੈ। ਮੈਂ ਖੁਦ 20 ਸਾਲ ਟੱਕਰਾਂ ਮਾਰੀਆਂ ਨੇ ਸਿੱਖਾਂ ਦੇ ਘਰ ਪੈਦਾ ਹੋਣ ਦੇ ਬਾਵਜੂਦ। ਛੋਟੀ ਉਮਰ ਵਿੱਚ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹਿਆ। ਜਦ ਵੀ ਬਾਣੀ ਪੜ੍ਹੀਏ ਉਹ ਕਹੇ ਕਿ ਮਾਲਕ ਤੇਰੇ ਅੰਦਰ ਹੈ। ਮਹਾਤਮਾ ਦੀ ਤਲਾਸ਼ ਸ਼ੁਰੂ ਹੋਈ, ਜਦ ਮਿਲੇ ਤਾਂ ਸਮਝ ਆਈ ਕਿ ਬਾਣੀ ਅੰਦਰ ਲੈ ਜਾਂਦੀ ਹੈ। ਸੋ ਬਾਣੀ ਦੇ ਪੜ੍ਹਨ ਦੀ ਮੁਕਤੀ ਨਹੀਂ। ਇੱਕ ਆਦਮੀ ਮੇਰੇ ਕੋਲ ਆਇਆ, ਉਸਨੇ 800 ਭੋਗ ਗ੍ਰੰਥ ਸਾਹਿਬ ਦੇ ਪਵਾਏ ਹਨ। 200 ਭੋਗ ਪਾਏ ਹੋਏ ਤਾਂ ਮੈਨੂੰ ਪੋਠੋਹਾਰ ਵਿੱਚ ਕਈ ਭਾਈ ਮਿਲੇ ਹਨ, ਲੇਕਿਨ 800 ਵਾਲਾ ਕੋਈ ਨਹੀਂ ਮਿਲਿਆ ਸੀ। ਮੈਂ ਕਿਹਾ ਕਿ ਮੈਂ ਤੇਰੇ ਚਰਨਾਂ ਨੂੰ ਹੱਥ ਲਾਉਂਦਾ ਹਾਂ ਕਿਉਂਕਿ ਤੂੰ 800 ਭੋਗ ਪਾਏ ਨੇ, ਲੇਕਿਨ ਮੈਂ ਇੱਕ ਦੋ ਸਵਾਲ ਕਰਨਾ ਚਾਹੁੰਦਾ ਹਾਂ। ਕਹਿੰਦਾ ਕੀ? ਮੈਂ ਆਖਿਆ ਕਿ ਕਦੀ ਅੰਦਰ ਚਾਨਣ ਹੋਇਆ, ਅੰਮ੍ਰਿਤ ਪੀਤਾ, ਰੂਹ ਪਿੰਡ ਤੋਂ ਖੰਡਾਂ ਬ੍ਰਹਿਮੰਡਾਂ 'ਤੇ ਗਈ? ਕਹਿੰਦਾ ਇਹ ਨਹੀਂ, ਅਸੀਂ ਤਾਂ ਕੇਵਲ ਬਾਣੀ ਪੜ੍ਹੀ ਜਾਂਦੇ ਹਾਂ। ਇਹ ਕਦੀ ਨਹੀਂ ਵਿਚਾਰਿਆ ਕਿ ਬਾਣੀ ਕਹਿੰਦੀ ਕੀ ਹੈ, ਔਰ ਨਾ ਕਦੀ ਅਮਲ ਹੀ ਕੀਤਾ ਹੈ। ਜੋ ਚੇਤੇ ਤਿਸਲੇ ਪਹੁੰਚਾਵੇ, ਸੁਰਤ ਸ਼ਬਦ ਮਾਰਗ ਬਤਲਾਵੇਂ। ਤਾਂ ਤੇ ਜਿਸ ਨੂੰ ਉਹ ਮਾਲਕ ਆਪਣੇ ਨਾਲ ਮਿਲਾਉਣਾ ਚਾਹੁੰਦਾ ਏ ਉਹਨੂੰ ਗੁਰੂ ਮਿਲਾਉਂਦਾ ਏ, ਔਰ ਗੁਰੂ ਨਾਮ ਦਿੰਦਾ ਏ। ਇਹ ਕਮਾਈ ਕਰਕੇ ਅੰਦਰ ਪਰਦਾ ਖੋਲ੍ਹਦਾ ਹੈ ਅਤੇ ਵਾਹਿਗੁਰੂ ਸਤਿਪੁਰਸ਼ ਲੱਭ ਜਾਂਦਾ ਹੈ। ਕੁੱਲ ਦੁਨੀਆ ਦੇ ਵਾਸਤੇ ਇੱਕੋ ਕਾਨੂੰਨ ਹੈ, ਗੁਰੂ ਬਿਨਾਂ ਨਾਮ ਨਹੀਂ ਮਿਲਦਾ ਔਰ ਨਾਮ ਬਿਨਾਂ ਮੁਕਤੀ ਨਹੀਂ ਹੁੰਦੀ। ਬਸ ਇਹ ਸਤਿਗੁਰੂ ਦੇ ਦ੍ਰਿੜ ਪ੍ਰਤੀਤ ਸੱਚਾ ਭਰੋਸਾ, ਮੁਕੰਮਲ ਵਿਸ਼ਵਾਸ ਔਰ ਇਤਕਾਦ ਰੱਖੇ, ਕਦੀ ਨਾ ਡਰੇ। ਇਸ ਤਰ੍ਹਾਂ ਨਾਮ 'ਤੇ ਵੀ ਪੱਕਾ ਭਰੋਸਾ ਔਰ ਯਕੀਨ ਰੱਖਣਾ ਚਾਹੀਦਾ ਹੈ। ਜਿਹੜੇ ਜੀਵ ਸਤਿਗੁਰੂ ਦੇ ਆਖੇ ਲੱਗਦੇ ਨੇ ਉਹ ਉਹਨਾਂ ਨੂੰ ਸੁਰਤ ਸ਼ਬਦ ਦਾ ਰਾਹ ਦਿਖਾ ਦਿੰਦੇ ਹਨ। ਸਤਿਗੁਰ ਜੋ ਦਇਆ ਔਰ ਬਖਸ਼ਿਸ਼ ਕਰਦੇ ਨੇ, ਸਾਡੀ ਜ਼ੁਬਾਨ ਉਹਦਾ ਬਿਆਨ ਨਹੀਂ ਕਰ ਸਕਦੀ। ਸਤਿਗੁਰ ਆਪ ਅੰਦਰ ਜਾਂਦਾ ਹੈ ਔਰ ਸਾਨੂੰ ਅੰਦਰ ਲੈ ਜਾਂਦਾ ਹੈ। ਸਤਿਗੁਰ ਗਾਫਲ ਨਹੀਂ, ਉਸਤਾਦ ਤਾਲਬ ਇਲਮ ਨੂੰ ਲਿਖਾ ਪੜ੍ਹਾ ਤਾਂ ਰਿਹਾ ਏ, ਹੋਰ ਕੀ ਕਰੇ। ਇੱਕ ਵਾਰੀ ਮੈਂ ਬਾਬਾ ਜੀ ਮਹਾਰਾਜ ਪਰਮ ਸੰਤ ਹਜ਼ੂਰ ਬਾਬਾ ਜਰਨੈਲ ਸਿੰਘ ਜੀ ਨੂੰ ਖੁਦ ਆਪਣੇ ਪਿੰਡ ਵਿੱਚ ਸਤਸੰਗ ਲਈ ਅਰਜ਼ ਕੀਤੀ। ਖਿਆਲ ਆਇਆ ਕਿ ਮਾਤਾ ਨੂੰ ਨਾਮ ਦਵਾਈਏ, ਮਗਰ ਲੋਕ ਲਾਜ ਦਾ ਡਰ ਸੀ। ਸਾਡੇ ਆਪਣੇ ਨਾਲ ਹੋ ਚੁੱਕੀਆਂ ਨੇ। ਪਹਿਲਾਂ ਯਾਰ ਦੋਸਤ ਮਖੌਲ ਕਰਦੇ ਨੇ ਔਰ ਮਾਂ ਪਿਓ ਵੀ ਕਹਿੰਦੇ ਨੇ ਕਿ ਪੁੱਤਰ ਤਿਆਗੀ ਹੋ ਗਿਆ ਹੈ। ਸਾਡੇ ਭਾਗ ਮੰਦੇ ਹਨ ਕਿ ਫਕੀਰਾਂ ਦੇ ਪਿੱਛੇ ਲੱਗ ਗਿਆ ਹੈ। ਮਹਾਰਾਜ ਜੀ ਪਿੰਡ ਗਏ ਔਰ ਸਵਾਮੀ ਜੀ ਮਹਾਰਾਜ ਦੀ ਪੋਥੀ ਦੀ ਥਾਂ ਗ੍ਰੰਥ ਸਾਹਿਬ ਦਾ ਸਤਸੰਗ ਕੀਤਾ। ਮਗਰ ਰਾਤ ਨੂੰ ਬੀਬੀ ਰੁੱਕੋ ਕੋਠੇ 'ਤੇ ਚੜ੍ਹ ਕੇ ਸਵਾਮੀ ਜੀ ਦੇ ਸ਼ਬਦ ਬੋਲਣ ਲੱਗ ਗਈ। ਹੁਣ ਉਹਨੂੰ ਕੌਣ ਰੋਕੇ? ਉਹਦੇ ਸ਼ਬਦ ਪੜ੍ਹਨ ਨਾਲ 15 ਮਿੰਟ ਵਿੱਚ ਲੋਕ ਲਾਜ ਖਤਮ ਹੋ ਗਈ। ਮੁਨਸ਼ੀ ਨਾਰਾਇਣ ਸਿੰਘ ਮੇਰੇ ਘਰ ਦੋਸਤ ਅਮੂਮਨ ਤਾਨੇ ਮਾਰਦੇ ਸਨ। ਆਖਰ ਉਹਨਾਂ ਖੋਜਿਆ ਔਰ ਧੀ ਜਵਾਈ ਔਰ ਬਾਕੀ ਕੁਟੁੰਬ ਨੂੰ ਵੀ ਨਾਮ ਦਵਾ ਦਿੱਤਾ ਔਰ ਮਰਨ ਵੇਲੇ ਕਹਿ ਗਏ ਕਿ ਮੇਰੀ ਨੂੰਹ ਨੂੰ ਵੀ ਨਾਮ ਦਵਾਇਆ ਜਾਏ। ਜਿਨ੍ਹਾਂ ਨੇ ਗੁਰੂ ਭਗਤੀ ਕੀਤੀ, ਭਾਵ ਨਾਮ ਦੀ ਕਮਾਈ ਕਰਦੇ ਹੋਏ 9 ਦੁਆਰੇ ਖਾਲੀ ਕਰਕੇ ਸੂਰਜ ਚੰਦਰਮਾ ਔਰ ਤਾਰਾ ਮੰਡਲ ਲੰਘ ਕੇ ਗੁਰੂ ਦੇ ਚਰਨਾਂ ਤੱਕ ਪਹੁੰਚੇ, ਉਹ ਸੱਚਖੰਡ ਚਲੇ ਗਏ। ਜਿਹੜਾ ਅੰਦਰ ਸਤਿਗੁਰ ਦੇ ਸਰੂਪ ਤੱਕ ਪਹੁੰਚ ਗਿਆ ਉਹਦੀ ਭਗਤੀ ਮੁਕੰਮਲ ਹੋ ਗਈ। ਸਤਿਗੁਰ ਉਹਨਾਂ ਨੂੰ ਸੱਚਖੰਡ ਲੈ ਜਾਵੇਗਾ, ਬਾਕੀਆਂ ਨੂੰ ਨਹੀਂ। ਜੀਵ ਚੇਤ ਜੋ ਮਾਨੇ ਕਹਿਣਾ, ਤਾਕੋ ਫਿਰ ਦੁੱਖ ਸੁੱਖ ਨਹੀਂ ਸਹਿਣਾ। ਜਿਹੜੇ ਜੀਵ ਗੁਰੂ ਦਾ ਕਹਿਣਾ ਮੰਨ ਕੇ ਅਭਿਆਸ ਕਰਦੇ ਨੇ, ਵਿਸ਼ੇ ਵਿਕਾਰ ਹੋਰ ਦੁਨੀਆ ਦੀਆਂ ਮੁਹੱਬਤਾਂ ਛੱਡ ਦਿੰਦੇ ਨੇ, ਉਹ ਦੁੱਖ ਸੁੱਖ ਤੋਂ ਰਹਿਤ ਹੋ ਜਾਂਦੇ ਹਨ। ਭਾਵ ਫਿਰ ਜੰਮਣ ਮਰਨ ਵਿੱਚ ਨਹੀਂ ਆਉਂਦੇ। ਜਦ ਤੱਕ ਇਹ ਸਤਿਗੁਰ ਦੇ ਆਖੇ ਨਹੀਂ ਲੱਗਦਾ ਤਦ ਤੱਕ ਇਹਦਾ ਜੰਮਣਾ ਮਰਨਾ ਨਹੀਂ ਮੁੱਕਦਾ। ਸਤਿਗੁਰ ਕੀ ਆਖਦਾ ਹੈ ਕਿ ਐ ਸੁਰਤ, ਐ ਜੀਵ, ਤੂੰ 9 ਦਰਵਾਜ਼ੇ ਖਾਲੀ ਕਰਕੇ ਜੀਂਦੇ ਜੀ ਮਰ ਔਰ ਸੂਰਜ ਮੰਡਲ
ਚੰਦਰਮਾ ਮੰਡਲ ਔਰ ਤਾਰਾ ਮੰਡਲ ਲੰਘ ਕੇ ਸਤਿਗੁਰ ਦੇ ਚਰਨਾਂ ਤੱਕ ਪਹੁੰਚ। ਜਦ ਤੱਕ ਉੱਥੇ ਨਹੀਂ ਪਹੁੰਚਦਾ ਸਤਿਗੁਰ ਇਹਨੂੰ ਸੰਭਾਲਦਾ ਨਹੀਂ। ਫਿਰ ਗੁਰੂ ਉਜਾੜਾਂ ਪਹਾੜਾਂ ਜੰਗਲਾਂ ਵਿੱਚ ਗਰਜੇ ਕੇ ਹਰ ਜਗ੍ਹਾ ਸੰਭਾਲ ਕਰਦਾ ਏ। ਕੇਹਰ ਸਿੰਘ ਆਪਣਾ ਸਤਸੰਗੀ ਅਮਰੀਕਾ ਗਿਆ। ਉੱਥੇ ਇੱਕ ਲੇਡੀ ਸੀ ਜਿਹਨੂੰ ਰੂਹਾਂ ਨੂੰ ਬੁਲਾਉਂਦੀ ਸੀ। ਉਹ ਇਸ ਲੇਡੀ ਨੂੰ ਮਿਲਣ ਗਿਆ। ਜਦ ਉੱਥੇ ਪਹੁੰਚਿਆ ਤਾਂ ਕਹਿੰਦੀ ਏ ਕਿ ਤੇਰੇ ਨਾਲ ਜਿਹੜਾ ਬੁੱਢਾ ਸਫੇਦ ਦਾੜ੍ਹੀ ਵਾਲਾ ਸਰਦਾਰ ਸੀ ਉਹ ਕਿੱਧਰ ਗਿਆ। ਉਹ ਲੇਡੀ ਉਸ ਇਲਮ ਵਿੱਚ ਮਾਹਰ ਸੀ, ਕੋਈ ਦੂਸਰਾ ਤਾਂ ਨਹੀਂ। ਕਹਿੰਦਾ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ, ਜਿਨ ਪਾਇਆ ਤਿਨ ਪੁੱਛੋ ਭਾਈ, ਸੁਖ ਸਤਿਗੁਰ ਸੇਵ ਕਮਾਈ ਹੈ। ਜਿਨ੍ਹਾਂ ਨੇ ਸਤਿਗੁਰ ਦੇ ਜ਼ਰੀਏ ਨਾਮ ਦਾ ਸੁੱਖ ਲੈ ਲਿਆ ਉਹਨਾਂ ਨੂੰ ਜਾ ਕੇ ਪੁੱਛੋ, ਉਹ ਕਹਿਣਗੇ ਕਿ ਸੁੱਖ ਨਾਮ ਵਿੱਚ ਹੈ। ਔਰ ਜਿਨ੍ਹਾਂ ਨੇ ਸੁੱਖ ਲੈਣਾ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਕਿਸੇ ਨਾਮ ਦੇ ਵਾਕਫਕਾਰ ਕੋਲੋਂ ਨਾਮ ਦੀ ਜੁਗਤੀ ਲੈ ਕੇ ਉਹਦੇ ਨਾਲ ਜੁੜ ਜਾਣ। ਸੋ ਉਹਨਾਂ ਨੇ ਇੱਕੋ ਜਵਾਬ ਦਿੱਤਾ, ਨਾਮ ਕਿੱਥੋਂ ਮਿਲਦਾ ਹੈ? ਕਿਸੇ ਨਾਮ ਦੇ ਵਾਕਫਕਾਰ ਕੋਲੋਂ। ਨਾਮ ਦਾ ਵਾਕਫਕਾਰ ਕੌਣ ਹੈ? ਸਤਿਗੁਰੂ। ਜਿਨ੍ਹਾਂ ਨੇ ਗੁਰੂ ਦੇ ਨਾਲ ਇਸ਼ਕ ਔਰ ਮੁਹੱਬਤ ਭਾਵ ਭਗਤੀ ਕਰ ਲਈ ਉਹਨਾਂ ਨੇ ਆਪਣਾ ਜਨਮ ਸਫਲ ਕਰ ਲਿਆ, ਕਿਉਂਕਿ ਬਿਨਾਂ ਗੁਰੂ ਭਗਤੀ ਨਾਮ ਭਗਤੀ ਕਦੇ ਨਹੀਂ ਹੋਈ। ਜਦ ਗੁਰੂ ਭਗਤੀ ਮੁਕੰਮਲ ਹੋ ਜਾਏ ਤਦ ਨਾਮ ਭਗਤੀ ਹੁੰਦੀ ਏ। ਸਤਿਗੁਰ ਨੇ ਉਸ ਤੋਂ ਕੁਝ ਨਹੀਂ ਲੈਣਾ, ਬਲਕਿ ਉਹ ਚਾਹੁੰਦਾ ਹੈ ਕਿ ਇਹਦੇ ਹਿਰਦੇ 'ਤੇ ਦੁਨੀਆ ਔਰ ਦੁਨੀਆ ਦੀਆਂ ਚੀਜ਼ਾਂ ਦਾ ਜ਼ਰਾ ਅਸਰ ਨਾ ਹੋਵੇ। ਮੇਰਾ ਆਪਣਾ ਲੜਕਾ ਜਦ ਗੁਜ਼ਰਿਆ, ਬੰਤਾ ਸਿੰਘ ਨਾਲ ਸੀ। ਅੰਤ ਸਮੇਂ ਜਦ ਮੈਂ ਉਹਨੂੰ ਪੁੱਛਿਆ ਤਾਂ ਕਹਿਣ ਲੱਗਾ, ਮਹਾਰਾਜ ਜੈਮਲ ਸਿੰਘ ਜੀ ਆ ਗਏ ਹਨ। ਮੈਂ ਕਿਹਾ, ਜਾ, ਮੈਂ ਤੈਨੂੰ ਬੜੀ ਖੁਸ਼ੀ ਨਾਲ ਘੱਲਦਾ ਹਾਂ। 35 ਸਾਲ ਦਾ ਲੜਕਾ ਹੋਵੇ, ਓਵਰਸੀਜ਼ ਜੁਦਾ ਹੋਇਆ ਹੋਵੇ ਔਰ ਦਿਲ ਦੇ ਜ਼ਰਾ ਰੰਜ ਨਾ ਆਵੇ। ਉਸ ਵਕਤ ਮੈਂ ਆਪਣਾ ਮਨ ਪੜਤਾਲਿਆ, ਨਾ ਰੰਜ ਸੀ ਨਾ ਖੁਸ਼ੀ ਸੀ। ਉਹ ਮੇਰੀ ਤਾਕਤ ਨਹੀਂ ਸੀ ਬਲਕਿ ਮਹਾਰਾਜ ਜੀ ਦੀ ਤਾਕਤ ਸੀ। ਇੱਕ ਮਹਾਤਮਾ ਦਾ ਕਥਨ ਹੈ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਜੀ ਰਾਂਦੇ। ਆਮ ਕੀ ਹਾਲ ਏ, ਅਗਰ ਜ਼ਰਾ ਕੋਈ ਮੁਕੱਦਮਾ ਪੈ ਜਾਏ ਤਾਂ ਚਿੱਤ ਘਬਰਾ ਗਿਆ। ਬੱਚਾ ਜਾਂ ਔਰਤ ਬਿਮਾਰ ਹੋ ਜਾਏ ਤਾਂ ਹਾਏ ਹਾਏ ਕਰਨ ਲੱਗ ਪਏ। ਸਤਸੰਗੀ ਨੂੰ ਮਜ਼ਬੂਤ ਹਿਰਦਾ ਰੱਖਣਾ ਚਾਹੀਦਾ ਏ। ਜਿਹੜੇ ਨਾਮ ਦੀ ਰੰਗਣ ਵਿੱਚ ਰੰਗੇ ਗਏ, ਜਿਨ੍ਹਾਂ ਨੂੰ ਨਾਮ ਦੀ ਲੱਜਤ ਆ ਗਈ, ਮੁਰਸ਼ਦ ਦੀ ਤਾਲੀਮ ਨੂੰ ਲੈ ਕੇ ਮੁਰਸ਼ਦ ਦੇ ਮਤਹਿਤ ਹੋ ਗਏ, ਉਹਨਾਂ ਨੂੰ ਕੋਈ ਫਿਕਰ ਨਹੀਂ। ਮਾਨੋ ਬਚਨ ਕਰੋ ਕੁਛ ਕਰਨੀ, ਸੁਰਤ ਨਿਰਤ ਕੀ ਧਾਰੋ ਰਹਿਣੀ। ਸਿੱਖ ਨੂੰ ਗੁਰੂ ਦਾ ਬਚਨ ਮੰਨਣਾ ਚਾਹੀਦਾ ਹੈ ਔਰ ਜਿਹੜੀ ਵਿਧੀ ਨਾਲ ਉਹ ਭਜਨ ਸਿਮਰਨ ਦੱਸਣ ਉਹਦੇ ਨਾਲ ਉਹਨੂੰ ਕਰਨਾ ਚਾਹੀਦਾ ਹੈ। ਜਦ ਸਿੱਖ ਸਤਿਗੁਰ ਦੀ ਸ਼ਰਨ ਵਿੱਚ ਆ ਜਾਏ, ਨਾਮ ਲੈ ਲਵੇ, ਫਿਰ ਜੋ ਕੁਝ ਕਰਮ ਧਰਮ ਜਪ ਤਪ ਤੀਰਥ ਵਰਤੇ ਕਰਦਾ ਏ ਸਾਰੇ ਛੱਡਦਾ ਏ ਤਾਂ ਸਤਿਗੁਰ ਅੰਦਰ ਪਰਦਾ ਖੋਲ੍ਹ ਦਿੰਦਾ ਹੈ। ਜੇਕਰ ਇਹ ਗੁਰੂ ਦੀ ਹਦਾਇਤ 'ਤੇ ਚੱਲੇ ਤਾਂ ਇਹਨੂੰ ਕੁਝ ਵੀ ਨਹੀਂ ਕਰਨਾ ਪੈਂਦਾ। ਇਹ ਜਿਹੜੇ ਹਾਏ ਹਾਏ ਕਰਦੇ ਨੇ, ਇਹਨਾਂ ਨੂੰ ਚਾਹੀਦਾ ਹੈ ਕਿ ਪਹਿਲਾਂ ਆਪਣਾ ਚਾਲ ਚੱਲਣ ਪਵਿੱਤਰ ਬਣਾਉਣ। ਪਰਾਈ ਇਸਤਰੀ ਨੂੰ ਮਾਂ ਦੇ ਬਰਾਬਰ ਸਮਝਣਾ ਏ। ਇਸ ਤੋਂ ਵੱਧ ਕੇ ਫਿਰ ਕਹਿੰਦੇ ਨੇ, ਸਾਥੋਂ ਸ਼ਰਾਬ ਪੀਤੀ ਗਈ, ਅਸੀਂ ਮਾਸ ਖਾ ਲਿਆ ਏ, ਹੁਣ ਗੁਰੂ ਦਾ ਹੁਕਮ ਤਾਂ ਨਾ ਮੰਨਿਆ। ਗੁਰੂ ਕਹਿੰਦਾ ਏ ਕਿ ਚੀਜ਼ਾਂ ਨਾ ਖਾਓ। ਜੇਕਰ ਗੁਰੂ ਦਾ ਹੁਕਮ ਮੰਨੇ ਤਾਂ ਗੁਰੂ ਦਾ ਸਿੱਖ ਏ, ਬਰਖਲਾਫ ਇਸ ਦੇ ਜੇਕਰ ਮਨ ਦੇ ਆਖੇ ਵਿੱਚ ਚੱਲੇ ਤਾਂ ਇਹ ਮਨ ਦਾ ਸਿੱਖ ਏ। ਜ਼ਿਕਰ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਲੱਗਾ ਹੋਇਆ ਸੀ। ਸਿੱਖੀ ਦਾ ਮਜ਼ਬੂਨ ਜੇਰੀ ਬਹਿਸ ਸੀ। ਗੁਰੂ ਸਾਹਿਬ ਨੇ ਕਿਹਾ ਕਿ ਗੁਰੂ ਦਾ ਸਿੱਖ ਕੋਈ ਕੋਈ ਹੈ, ਬਾਕੀ ਸਾਰੇ ਮਨ ਦੇ ਸਿੱਖ ਜਾਂ ਇਸਤਰੀ ਔਰ ਬਾਲ ਬੱਚਿਆਂ ਦੇ। ਇੱਕ ਇੱਕ ਸਿੱਖ ਨੂੰ ਜਮਾਉਂਦੇ ਹੋਏ ਜਿਹੜਾ ਆਪਣੇ ਆਪ ਨੂੰ ਬੜਾ ਭਗਤ ਜ਼ਾਹਰ ਕਰਦਾ ਅਤੇ ਸਮਝਦਾ ਸੀ, ਕਹਿਣ ਲੱਗੇ, ਸਾਨੂੰ ਕੱਪੜੇ ਦੇ ਥਾਨ ਦੀ ਜ਼ਰੂਰਤ ਏ। ਸਿੱਖ ਨੇ ਅਗਲੇ ਦਿਨ ਦਰਬਾਰ ਵਿੱਚ ਹਾਜ਼ਰ ਕਰਨ ਦਾ ਵਾਅਦਾ ਕੀਤਾ। ਜਦ ਮੱਥਾ ਟੇਕ ਕੇ ਸ਼ਹਿਰ ਆਇਆ ਔਰ ਕੱਪੜਾ ਖਰੀਦ ਕੇ ਘਰ ਨੂੰ ਗਿਆ ਤਾਂ ਇਸਤਰੀ ਨੇ ਪੁੱਛਿਆ, ਇਹ ਕਿਹਾ ਕੱਪੜਾ ਏ? ਕਹਿੰਦਾ, ਇਹ ਗੁਰੂ ਸਾਹਿਬ ਨੇ ਆਖਿਆ ਸੀ ਉਹਨਾਂ ਲਈ ਖਰੀਦਿਆ ਏ, ਕੱਲ੍ਹ ਦਰਬਾਰ ਵਿੱਚ ਪੇਸ਼ ਕਰਨਾ ਹੈ। ਇਸਤਰੀ ਜ਼ੋਰ ਨਾਲ ਕਹਿੰਦੀ ਏ, ਇਹ ਤਾਂ ਮੈਂ ਕਦੀ ਨਹੀਂ ਦਿਆਂਗੀ, ਬਾਲ ਬੱਚਿਆਂ ਲਈ ਜ਼ਰੂਰਤ ਏ, ਕੱਪੜਾ ਬੜਾ ਚੰਗਾ ਏ, ਗੁਰੂ ਸਾਹਿਬ ਨੂੰ ਹੋਰ ਲਿਆ ਨਹੀਂ। ਸਿੱਖ ਕਹਿੰਦਾ ਏ, ਬਜਾਜ ਦੇ ਪਾਸ ਇਹੋ ਥਾਨ ਸੀ, ਇਹਦੇ ਨਾਲ ਦਾ ਹੋਰ ਕੱਪੜਾ ਹੈ ਨਹੀਂ। ਕਹਿੰਦੀ ਹੈ, ਤਾਂ ਮੈਂ ਜ਼ਰੂਰ ਇਹੋ ਰੱਖਾਂਗੀ। ਸਿੱਖ ਨੇ
ਹਰ ਚੰਦ ਕੋਸ਼ਿਸ਼ ਕੀਤੀ ਮਗਰ ਉਹਦੀ ਕੋਈ ਪੇਸ਼ ਨਾ ਗਈ। ਆਖਿਰ ਇਸਤਰੀ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਗੁਰੂ ਸਾਹਿਬ ਨੂੰ ਕੀ ਪਤਾ ਏ, ਕੱਲ੍ਹ ਜਦ ਪੁੱਛਣਗੇ ਤਾਂ ਕਹਿ ਦਈਂ ਕਿ ਹਾਲਾਂ ਮਰਜ਼ੀ ਦਾ ਕੋਈ ਕੱਪੜਾ ਨਹੀਂ ਮਿਲਿਆ। ਸਿੱਖ ਚੁੱਪ ਹੋ ਰਿਹਾ। ਅਗਲੇ ਦਿਨ ਜਦ ਦਰਬਾਰ ਵਿੱਚ ਗਿਆ ਤਾਂ ਗੁਰੂ ਸਾਹਿਬ ਨੇ ਪੁੱਛਿਆ ਕਿ ਕੱਪੜਾ ਲਿਆਂਦਾ ਏ? ਕਹਿੰਦਾ ਏ ਜੀ ਨਹੀਂ, ਅਜੇ ਨਹੀਂ ਮਿਲਿਆ। ਉਹਦੀ ਇਸਤਰੀ ਵੀ ਸਤਸੰਗ ਵਿੱਚ ਬੈਠੀ ਸੀ, ਉੱਠ ਖਲੋਤੀ ਔਰ ਬਗਲ ਵਿੱਚੋਂ ਥਾਣ ਕੱਢ ਕੇ ਸਾਹਮਣੇ ਰੱਖ ਦਿੱਤਾ ਔਰ ਕਿਹਾ ਕਿ ਹਜ਼ੂਰ, ਇਹ ਤੁਹਾਡਾ ਸਿੱਖ ਨਹੀਂ ਬਲਕਿ ਮੇਰਾ ਸਿੱਖ ਹੈ। ਸੋ ਜੇਕਰ ਇਹ ਗੁਰੂ ਦੇ ਹੁਕਮ ਵਿੱਚ ਚੱਲੇ ਤਾਂ ਸਿੱਧਾ ਸੱਚਖੰਡ ਪਹੁੰਚ ਜਾਂਦਾ ਏ, ਲੇਕਿਨ ਸਾਨੂੰ ਭੈੜੀਆਂ ਆਦਤਾਂ ਪਈਆਂ ਹੋਈਆਂ ਹਨ। ਜੋ ਮਨ ਕਰਾਉਂਦਾ ਹੈ ਉਹੀ ਅਸੀਂ ਕਰਦੇ ਹਾਂ। ਸਤਸੰਗ ਕਰੋ ਗਹੋ ਗੁਰ ਰੰਗ, ਸੁਰਤ ਚੜਾਓ ਗਗਨ ਉਮੰਗ। ਹੁਣ ਫਰਮਾਉਂਦੇ ਹਨ ਕਿ ਸਤਿਗੁਰ ਦਾ ਸਤਸੰਗ ਕਰਕੇ ਸੁਰਤ ਨੂੰ ਉਹਦੇ ਪ੍ਰੇਮ ਦੇ ਰੰਗ ਵਿੱਚ ਰੰਗ ਲਓ। ਕਬੀਰ ਸਾਹਿਬ ਵੀ ਇਹੀ ਕਹਿੰਦੇ ਹਨ, ਸਤਿਗੁਰ ਚਰਨਨ ਨਿਰਮਲ ਗੰਗਾ, ਵਾਵੈ ਮਨੁਆ ਧੋਵੈ ਰਹਿ। ਕਹੇ ਕਬੀਰ ਸੁਨੋ ਭਾਈ ਸਾਧੋ, ਤਬ ਮਨੁਆ ਵੈਸਾ ਹੋਵੇ ਰੇ। ਤਾਂ ਸੁਰਤ ਆਪ ਹੀ ਸੱਚੀ ਬਿਰਹਿ ਨਾਲ ਰੂਹਾਨੀ ਮੰਡਲਾਂ 'ਤੇ ਚੜ੍ਹ ਜਾਵੇਗੀ। ਜਦ ਇਹ ਪ੍ਰੇਮ ਨਾਲ ਗੁਰੂ ਦਾ ਸਤਸੰਗ ਕਰਦਾ ਏ ਤਾਂ ਇਸ ਨੂੰ ਗੁਰੂ ਦੇ ਸਿਵਾ ਹੋਰ ਕੁਝ ਨਹੀਂ ਦਿਸਦਾ, ਹੋਰ ਕੋਈ ਚੀਜ਼ ਸਮਾਉਂਦੀ ਹੀ ਨਹੀਂ। ਐਸੇ ਜੀਵ ਰਾਤ ਦਿਨ ਗੁਰੂ ਦਾ ਧਿਆਨ ਕਰਦੇ ਹਨ। ਕਬੀਰ ਸਾਹਿਬ ਫਰਮਾਉਂਦੇ ਹਨ, ਨਿਜ ਮਨ ਤੋਂ ਨੀਚਾ ਕੀਆ, ਚਰਨ ਕਮਲ ਕੀ ਠੋਰ। ਕਹੇ ਕਬੀਰ ਗੁਰਦੇਵ ਬਿਨ ਨਜ਼ਰ ਨਾ ਆਵੇ ਔਰ। ਜਦ ਇਹਨੂੰ ਗੁਰੂ ਦਾ ਰੰਗ ਚੜ੍ਹਿਆ, ਇਹ ਆਪਣੇ ਆਪ ਨੂੰ ਭੁੱਲ ਗਿਆ। ਜ਼ਿਕਰ ਹੈ ਕਿ ਸਵਾਮੀ ਜੀ ਦੇ ਜ਼ਮਾਨੇ ਵਿੱਚ ਬੀਬੀ ਸ਼ਿੱਬੋ, ਬੀਬੀ ਰੁੱਕੋ ਅਤੇ ਬੀਬੀ ਬਿਸ਼ਨੋ 3 ਬੀਬੀਆਂ ਸਨ ਜਿਹੜੀਆਂ ਉਹਨਾਂ ਦੀ ਸੇਵਾ ਵਿੱਚ ਰਹਿੰਦੀਆਂ ਸਨ। ਜਿਸ ਤਰ੍ਹਾਂ ਇਹ ਤਿੰਨੇ ਰੱਖੀ ਰਲੀ ਵਗੈਰਾ ਹਨ। ਬੀਬੀ ਸ਼ਿੱਬੋ ਨੂੰ ਤਾਂ ਮੈਂ ਦੇਖਿਆ ਏ, ਉਹਦਾ ਕੀ ਹਾਲ ਸੀ। ਇੱਕ ਵਾਰ ਦੀ ਗੱਲ ਹੈ, ਨਹਾਉਣ ਗਈ, ਕੱਪੜੇ ਲਾਏ ਹੋਏ ਨੇ। ਇੱਕ ਜੋਗੀ ਨੇ ਜਿਹੜੇ ਕਿ ਸਤਾਰ ਵਜਾਉਂਦੇ ਨੇ ਆ ਕੇ ਗੁਰੂ ਦੀ ਮਹਿਮਾ ਦਾ ਸ਼ਬਦ ਬੋਲਿਆ। ਉਹ ਸ਼ਬਦ ਸੁਣਦੇ ਹੀ ਜੂੰ ਨਿਕਲੀ। ਆਪਣਾ ਘਰ ਛੱਡਿਆ, ਮੁਹੱਲਾ ਛੱਡਿਆ, ਕਿਸੇ ਦੀ ਪਰਵਾਹ ਨਹੀਂ ਕੀਤੀ, ਲੋਕ ਲਾਜ ਦੀ ਪਰਵਾਹ ਨਹੀਂ ਕੀਤੀ, ਤਾਨੇ ਮਿਹਣੇ ਦੀ ਪਰਵਾਹ ਨਹੀਂ ਕੀਤੀ। ਸਵਾਮੀ ਜੀ ਦੇ ਪਾਸ ਜਾ ਪਹੁੰਚੀ। ਜਦ ਉਹਨਾਂ ਨੇ ਦੇਖਿਆ ਤਾਂ ਕਿਹਾ, ਅਰੇ ਇਹ ਕਿਆ, ਜਾਓ कपड़े पहनो। फिर स्वामी जी ने कहा, अच्छा हमें एक तो प्रेमी मिला, शुक्र है। क्या प्रेम दे वस हो के होश नहीं, मजबूर सी। कबीर साहब फिर कहते हैं, राता माता नाम का, पिया प्रेम अघाए, मस्त वाला दीदार का, मांगे मुक्ति बुलाए। कि जिस वेले गुरु दे प्रेम का रंग चढ़ता है तो जुबान चुप हो जाती है, बाहरलियां अखां बंद हो जांदियां हन, मन शांत ते स्थिर हो जाता है और सुरत गुरु दे चरनां विच लीन हो जाती है। एक शायर लिखदा है, रंग वाले देर क्या है रंग दे, ओ रंगीले रंग रसिया रंग दे। तू ही तू जिस रंग में आए नज़र, मेरे मौला मुझको ऐसा रंग दे। तब मैं जानूँ तेरी रंग अंदाजियाँ, सारे रंगों में निराला रंग दे। मैं भी तेरा रंग भी है सब तेरे, जैसा चाहे मुझको वैसा रंग दे। रंग चढ़ाउण वास्ते कपड़ा साफ होना चाहिए है। इस वास्ते पहला सुरत नूं सिमरन दे जल और ज्ञान दे साबण नाल उजला करना जरूरी है। सुरत नूं गगन दा राह मिल गया, रूहानी मंजिलां ते चढ़ाई होण लगी। गरजे के सचखंड दा राह मिल गया। हुण दिन ब दिन रस्ता तय हुंदा जांदा है और रूह अपने घर नूं जा रही है। सुरत दुनिया दा पद छड्ड के गुरु दे घाट ते आ गई और नाम दी डोर नूं पकड़दी पकड़दी सचखंड जा पहुंची। भाव महासुन और भवर गुफा थी हुंदी होई सतनाम विच जा पहुंची। ਹੁਣ स्वामी जी महाराज फरमाਉਂਦੇ ਨੇ कि रूह ਨੂੰ सतगुर ਦੇ सत्संग ਵਿੱਚ ਲਾ ਕੇ ਸ਼ਬਦ ਨਾਲ ਜੋੜ ਦਿਓ ਔਰ ਰੂਹਾਨੀ ਮੰਜ਼ਲਾਂ 'ਤੇ ਚੜ੍ਹਾ ਦਿਓ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਇਹ ਬਹੁਤ ਹੀ ਮਹੱਤਵਪੂਰਨ ਸਤਸੰਗ ਇੱਥੇ ਸਮਾਪਤ ਹੁੰਦਾ ਹੈ। ਸਾਨੂੰ ਵੀ ਚਾਹੀਦਾ ਹੈ ਕਿ ਸਵਾਮੀ ਜੀ ਦੇ ਕਹਿਣ ਅਨੁਸਾਰ ਮੰਜ਼ਿਲ ਦਰ ਮੰਜ਼ਿਲ ਹੌਲੀ ਹੌਲੀ ਸਿਮਰਨ ਔਰ ਧਿਆਨ ਦੇ ਜ਼ਰੀਏ ਮੰਜ਼ਿਲਾਂ ਨੂੰ ਪਾਰ ਕਰਕੇ ਉਹ ਰੂਹਾਨੀ ਮੰਡਲਾਂ ਨੂੰ ਸਾਨੂੰ ਦੇਖਣਾ ਚਾਹੀਦਾ ਹੈ ਔਰ ਉਸ ਗੁਰੂ ਦੀ ਦਰਗਾਹ ਵਿੱਚ ਆਪਣੇ ਆਪ ਨੂੰ
ਸਾਫ਼ ਔਰ ਪਵਿੱਤਰ ਪੇਸ਼ ਕਰਨਾ ਚਾਹੀਦਾ ਹੈ। ਜਿੰਦੇ ਜੀ ਮਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਇਹ ਜਿੰਨਾ ਵੀ ਸਤਸੰਗ ਸੀ, ਖਾਸ ਕਰਕੇ ਉਹ ਬੀਬੀਆਂ ਭਾਈਆਂ ਵਾਸਤੇ ਸੀ ਜਿਨ੍ਹਾਂ ਨੇ ਨਾਮ ਦੀ ਦਾਤ ਉਸ ਸੱਚੇ ਪਿਤਾ ਪਰਮਾਤਮਾ ਤੋਂ ਲਈ ਹੋਈ ਹੈ। ਇਹ ਸਤਸੰਗ ਉਹਨਾਂ ਨੂੰ ਜ਼ਿਆਦਾ ਸਮਝ ਆਵੇਗਾ। ਸੋ ਬੇਨਤੀ ਦੁਹਰਾਈ ਜਾਂਦੀ ਹੈ ਕਿ ਜਿਨ੍ਹਾਂ ਵੀ ਬੀਬੀਆਂ ਭਾਈਆਂ ਨੇ ਨਾਮਦਾਨ ਲਿਆ ਹੈ ਉਹ ਇਸ ਸਤਸੰਗ ਨੂੰ ਇੱਕ ਵਾਰ ਜ਼ਰੂਰ ਸੁਣਨ। ਰਾਧਾ ਸੁਆਮੀ ਜੀ।